ਪੰਜਾਬੀ ਨੈਸ਼ਨਲ ਟੀਵੀ ਦੇ ਸਭ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ ਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਨੇ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੇਰਗਿੱਲ ਸਾਹਿਬ ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਐਨ ਚੜ੍ਹਦੀ ਕਲਾ। ਬਰਫ਼ ਪੈਣੀ ਸ਼ੁਰੂ ਹੋ ਗਈ ਹੈ ਜੀ ਪਹਾੜਾਂ 'ਚ ਜੀ, ਤੇ ਹੌਲੀ ਹੌਲੀ ਠੰਡ ਦਾ ਮੌਸਮ ਵੱਧ ਰਿਹਾ। ਤਾਂ ਮੈਨੂੰ ਤਾਂ ਬੜਾ ਚਾਅ ਹੈ ਵੀ ਮੂਹਰੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਵੀ ਸ਼ੁਰੂ ਹੋਣ ਵਾਲਾ ਹੈ ਜੀ। ਤੇ ਕਿਆ ਮੌਸਮ ਹੈ ਜੀ, ਇਹ ਸਰਦੀਆਂ ਦਾ ਮੌਸਮ ਦਾ ਆਪਣਾ ਲੁਤਫ ਹੁੰਦਾ ਜੀ। ਬਿਲਕੁਲ। ਅੱਜ ਫਿਰ ਵੱਖੋ ਵੱਖਰੇ ਵਿਚਾਰਾਂ ਤੇ ਚਰਚਾ ਅਸੀਂ ਕਰਨੀ ਆ, ਜਿਨ੍ਹਾਂ ਦੇ ਵਿੱਚ ਕਿਸਾਨ ਦਾ ਸੰਘਰਸ਼ ਵੀ ਆ। ਬਿਲਕੁਲ ਜੀ। ਤੇ ਕੇਂਦਰ ਸਰਕਾਰ ਨੇ ਇੱਕ ਨਵੀਂ ਜਿੱਦ ਫੜੀ ਆ। ਉਹ ਕਹਿੰਦੇ ਪਹਿਲਾਂ ਤੁਸੀਂ ਯਾਤਰੀ ਗੱਡੀਆਂ ਚਲਾਉਣ ਦਿਓ, ਫਿਰ ਹੀ ਅਸੀਂ ਮਾਲ ਗੱਡੀਆਂ ਚਲਾਉਣੀਆਂ। ਉਹਦੀ ਗੱਲ ਵੀ ਕਰਨੀ ਆ। ਬਿਲਕੁਲ। ਤੇ ਪਰਾਲੀ ਜਾਂ ਹਵਾ ਦਾ ਪ੍ਰਦੂਸ਼ਣ ਲਈ ਸੁਪਰੀਮ ਕੋਰਟ ਦੀ ਸਖਤੀ ਤੇ ਕੇਂਦਰ ਸਰਕਾਰ ਨੇ ਜਵਾਬ ਦਿੱਤਾ, ਉਹਦੀ ਗੱਲ ਵੀ ਕਰਨੀ ਆ। ਭਾਜਪਾ ਕੋਰ ਕਮੇਟੀ ਦੀ ਮੀਟਿੰਗ ਵੀ ਆ ਤੇ ਕਿਸਾਨਾਂ ਨੇ ਜਿਹੜਾ ਆਪਣਾ ਸੰਘਰਸ਼ ਆ ਉਹਨੂੰ ਸਾਰੇ ਦੇਸ਼ 'ਚ ਫੈਲਾਉਣ ਲਈ ਅੱਜ ਦਿੱਲੀ ਦੇ ਵਿੱਚ ਮੀਟਿੰਗ ਰੱਖੀ ਆ। ਮੇਰੇ ਖਿਆਲ 260 ਜਾਂ 261 ਸਾਰੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਸੱਦੀਆਂ। ਉਹ ਵੀ ਗੱਲ ਸੀਗੀ ਅੱਜ ਦੀ ਚਰਚਾ ਦੇ ਵਿੱਚ ਜੀ। ਤੇ ਬੀਤੇ ਦਿਨੀ ਬੜਾ ਵੱਡਾ ਤਿਉਹਾਰ ਲੰਘ ਕੇ ਗਿਆ ਦੁਸ਼ਹਿਰਾ, ਉਹਦੀ ਗੱਲ ਵੀ ਕਰਨੀ ਆ ਜੀ। ਬਿਲਕੁਲ। ਤੇ ਉਸ ਤੋਂ ਪਹਿਲਾਂ ਕੋਈ ਹੋਰ ਗੱਲ ਤਾਂ ਨਹੀਂ ਸੁਣਾਉਣੀ ਤੁਸੀਂ? ਨਹੀਂ, ਫਿਲਹਾਲ ਤਾਂ ਅਜੇ ਆਪਾਂ ਬਰਫ਼ਬਾਰੀ ਤੱਕ ਹੀ ਸੀਮਤ ਰਹਿੰਦੇ ਜੀ। ਉਸ ਤੋਂ ਬਾਅਦ ਫਿਰ ਗਰਮ ਜਿਹੜਾ ਕੰਮ ਹੋ ਰਿਹਾ ਮਾਹੌਲ ਦਾ, ਉਹ ਅੰਦੋਲਨ ਵਾਲਾ ਚੱਲੇ ਰਿਹਾ ਆ ਜੀ, ਉਹਦੇ ਤੇ ਆਪਾਂ ਕਰ ਲੈਂਦੇ ਜੀ ਗੱਲਾਂ ਜੀ। ਤੇ ਜਿਹੜਾ ਕਿਸਾਨ ਸੰਘਰਸ਼ ਦੀ ਅਸੀਂ ਗੱਲ ਕਰਦੇ ਸੀ, ਅਸੀਂ ਕਈ ਦਿਨਾਂ ਤੋਂ ਇਸ ਗੱਲ 'ਚ ਹਾਂ ਕਿ ਕਿਸਾਨ ਦਾ ਸੰਘਰਸ਼ ਹੁਣ ਕਿਸਾਨ ਦਾ ਸੰਘਰਸ਼ ਨਹੀਂ ਆ, ਸਾਰੇ ਪੰਜਾਬ ਦਾ ਸੰਘਰਸ਼ ਆ। ਬਿਲਕੁਲ। ਤੇ ਇਹਦੇ ਤੇ ਹੁਣ ਜਿਹੜਾ ਇੱਕ ਕੱਲ੍ਹ ਦੀ ਪਿਛਲੇ 1-2 ਦਿਨਾਂ ਦੀ ਖਬਰ ਆ ਕਿ ਪਹਿਲਾਂ ਤਾਂ ਬਹੁਤ ਦਿਨਾਂ ਤੋਂ ਚੱਲ ਰਿਹਾ ਸੀਗਾ, ਸੈਂਟਰ ਸਰਕਾਰ ਵੀ ਕਹਿ ਰਹੀ ਸੀ ਤੇ ਪੰਜਾਬ ਦੇ ਵੱਖ ਵੱਖਰੇ ਮੰਤਰੀਆਂ ਨੇ ਵੀ ਕੀਤਾ ਸੀਗਾ ਕਿ ਜਿਹੜੀਆਂ ਰੇਲ ਗੱਡੀਆਂ ਆ ਉਹਨਾਂ ਨੂੰ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ। ਸ਼ਾਇਦ ਉਹ ਦੇ ਦਿੱਤੀ ਗਈ ਸੀ ਕਿਸਾਨਾਂ ਨੇ, ਇਸ ਗੱਲ ਨੂੰ ਸਮਝਦਿਆਂ ਹੋਇਆਂ ਕਿ ਉਹਨਾਂ ਨੂੰ ਵੀ ਜ਼ਰੂਰਤ ਸੀ ਸ਼ਾਇਦ ਕੋਲੇ ਦੀ ਵੀ ਤੇ ਅਨਾਜ ਦੇ ਬਾਕੀ ਚੀਜ਼ਾਂ ਦੀ ਵੀ ਤੇ ਫਸਲਾਂ ਲਈ ਜਿਹੜੀਆਂ ਖਾਦਾਂ ਜਾਂ ਹੋਰ ਚੀਜ਼ਾਂ ਆਉਂਦੀਆਂ ਉਹਦੇ ਲਈ ਵੀ। ਤੇ ਹੁਣ ਇਹਨਾਂ ਨੇ ਇਹਦੇ ਲਈ ਕੀ ਨਵੀਂ ਜੀ ਤਫਸੀਲ ਕੀਤੀ, ਇਹਦੇ 'ਚ ਕੀ ਚੇਂਜ ਕੀਤਾ ਕੇਂਦਰ ਸਰਕਾਰ ਨੇ ਤੇ ਉਹ ਕੀ ਆ ਕਹਾਣੀ? ਦੇਖੋ ਜੀ ਸ਼ਰਮਾ ਜੀ, ਇਹ ਪਹਿਲੀ ਵਾਰ ਹੋਇਆ ਕਿ ਕਦੇ ਵੀ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ, ਚਾਹੇ ਕਿਸੇ ਇੱਕ ਵਰਗ ਦੇ ਆ ਚਾਹੇ ਸਮੂਹਿਕ ਤੌਰ ਤੇ ਆ, ਉਹ ਸਰਕਾਰ ਦੀ ਗੱਲ ਮੰਨਦੇ ਹੋਣ ਜੀ। ਇੱਦਾਂ ਪਹਿਲਾਂ ਕਦੇ ਨਹੀਂ ਹੋਇਆ ਜੀ। ਬਈ ਇੱਕ ਤਾਂ ਪਾਸੇ ਤਾਂ ਆਪਾਂ ਧਰਨੇ ਪ੍ਰਦਰਸ਼ਨ ਲਾਉਣ ਦੇ ਤੇ ਸਰਕਾਰ ਉਹਨਾਂ ਨੂੰ ਬੇਨਤੀਆਂ ਕਰ ਰਹੀ ਆ, ਕਈ ਵਾਰੀ ਨੌਬਤ ਤਾਂ ਲਾਠੀ ਚਾਰਜ ਤੱਕ, ਈਵਨ ਕਈ ਵਾਰੀ ਅਥਰੂ ਗੈਸ ਤੋਂ ਬਾਅਦ ਫਿਰ ਗੋਲੀਆਂ ਚੱਲਣ ਤੱਕ ਵੀ ਆ ਜਾਂਦੀ ਗੱਲ। ਪਰ ਇਹ ਪਹਿਲੀ ਵਾਰ ਹੈ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਸੰਘਰਸ਼ ਜਿਹੜਾ ਆ ਬੜੇ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਔਰ ਉਹ ਸਾਰੇ ਪਹਿਲੂਆਂ ਨੂੰ ਦੇਖ ਕੇ ਵਿਚਾਰ ਕਰਕੇ ਚੱਲ ਰਹੇ ਆ। ਇਹ ਨਹੀਂ ਵੀ ਇਕੱਲਾ ਆਪਣਾ ਹੀ ਪੱਖ ਰੱਖਿਆ ਉਹਨਾਂ ਨੇ ਪੂਰੇ ਪੰਜਾਬ ਦੇ ਹਿੱਤ ਨੂੰ ਵੀ ਮੋਹਰੇ ਰੱਖਿਆ ਵੀ ਪੰਜਾਬ ਦਾ ਕਿਸੇ ਤਰੀਕੇ ਨਾਲ ਨੁਕਸਾਨ ਨਾ ਹੋਵੇ ਜੀ। ਇਹਦੇ ਲਈ ਉਹਨਾਂ ਨੇ ਪੰਜਾਬ ਸਰਕਾਰ ਦੀ ਗੱਲ ਵੀ ਮੰਨੀ। ਉਹਨਾਂ ਨੂੰ ਕਿਹਾ ਗਿਆ ਬਈ ਤੁਸੀਂ ਜੇ ਵਿਸ਼ੇਸ਼ ਇਜਲਾਸ ਸੱਦ ਲਓਗੇ ਤਾਂ ਅਸੀਂ ਰੇਲ ਟਰੈਕ ਜਿਹੜੇ ਖਾਲੀ ਕਰਨ ਬਾਰੇ ਵਿਚਾਰ ਕਰ ਲਾਂਗੇ। ਔਰ ਉਹ ਹੋਇਆ ਵੀ ਇੱਦਾਂ ਹੀ ਆ। ਉੱਧਰੋਂ ਉਹਨਾਂ ਨੇ ਵਿਸ਼ੇਸ਼ ਇਜਲਾਸ ਸੱਦ ਕੇ ਕੇਂਦਰੀ ਖੇਤੀ ਕਾਨੂੰਨ ਰੱਦ ਕਰਤੇ, ਬਿੱਲ ਪਾਸ ਕਰਤੇ ਆ। ਤੇ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੇ ਫਿਰ ਇਹ ਰੇਲਵੇ ਟਰੈਕ ਖਾਲੀ ਕਰ ਦਿੱਤੇ, ਪਰ ਨਾਲ ਸ਼ਰਤ ਰੱਖ ਦਿੱਤੀ ਕਿ ਕੇਵਲ ਮਾਲ ਗੱਡੀਆਂ ਲਈ ਹੀ ਇਹ ਟਰੈਕ ਵਰਤੇ ਜਾ ਸਕਣਗੇ ਜੀ। ਗੱਲ ਵੀ ਉਹਨਾਂ ਦੀ ਉੱਥੇ ਤੱਕ ਸਹੀ ਸੀ, ਕਿਉਂਕਿ ਜਿੱਥੇ ਤੱਕ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਹੈ ਮੇਰੇ ਖਿਆਲ 'ਚ ਵੀ ਜੇ ਉਹ ਨਾ ਮਾਲ ਗੱਡੀਆਂ ਲਈ ਵੀ ਟਰੈਕ ਖਾਲੀ ਕਰਦੇ ਤੇ ਫਿਰ ਗੱਲ ਹੋਰ ਵਿਗੜ ਸਕਦੀ ਸੀਗੀ। ਖੈਰ ਉਹਨਾਂ ਨੇ ਇਸ ਨੂੰ ਸ਼ਾਂਤਮਈ ਤਰੀਕਾ ਹੀ ਰੱਖਿਆ ਪਿਆ, ਅਸੀਂ ਮਾਲ ਗੱਡੀਆਂ ਨੂੰ ਲੰਘਣ ਦਿਆਂਗੇ ਜੀ। ਪਰ ਹੁਣ ਜਦੋਂ 2 ਦਿਨ ਤਾਂ ਲੰਘਦੀਆਂ ਰਹੀਆਂ, 52-53 ਗੱਡੀਆਂ ਆ ਜਾ ਗਈਆਂ, ਇੱਧਰੋਂ ਗਈਆਂ ਉੱਧਰੋਂ ਆਈਆਂ, ਸਾਰੇ ਸਮਾਨ ਢੋਆ ਢੁਆਈ ਕਰਤੇ, ਕੋਲਾ ਵੀ ਚੱਲ ਪਿਆ, ਬਿਜਲੀ ਥਰਮਲ ਪਲਾਂਟ ਵੀ ਸਾਡੇ ਚੱਲ ਪਏ ਜੀ। ਉਸ ਤੋਂ ਬਾਅਦ ਪਤਾ ਨਹੀਂ ਕੇਂਦਰ ਦੇ ਦਿਮਾਗ 'ਚ ਕੀ ਆਇਆ ਵੀ ਜਾਂ ਤਾਂ ਉਹ ਸਿੱਧੇ ਤੌਰ 'ਤੇ ਉਲਝਣ ਨੂੰ ਤਿਆਰ ਹੋ ਗਈ ਪੰਜਾਬ ਦੇ ਨਾਲ ਜੀ, ਬਈ ਉਹਨਾਂ ਨੇ ਪੰਜਾਬ ਨੂੰ ਆਉਣ ਵਾਲੀਆਂ ਮਾਲ ਗੱਡੀਆਂ ਹੀ ਰੋਕ ਦਿੱਤੀਆਂ ਜੀ। ਤੇ ਨਾਲ ਇਹ ਕਹਿਤਾ ਵੀ ਟਰੈਕ ਖਾਲੀ ਕਰੋ। ਹਾਲਾਂਕਿ 2 ਥਾਵਾਂ ਤੇ ਪਹਿਲਾਂ ਇਹ ਬੈਠੇ ਸੀਗੇ ਟਰੈਕ ਤੇ, ਜੰਡਿਆਲਾ ਗੁਰੂ ਲਾਗੇ ਆ ਦੇਵੀਦਾਸਪੁਰਾ ਤੇ ਇੱਕ ਫਿਰੋਜ਼ਪੁਰ ਤੇ ਜੀ। ਉਸ ਤੋਂ ਵੀ ਉਹਨਾਂ ਨੇ ਉਹ ਟਰੈਕ ਖਾਲੀ ਕਰਕੇ ਪਲੇਟਫਾਰਮਾਂ ਤੇ ਆ ਗਏ। ਹੁਣ ਕਈਆਂ ਨੇ ਇੱਦਾਂ ਗੱਲ ਚੱਲਦੀ ਸੀ, ਮੇਰੇ ਨਾਲ ਵੀ ਕਿਤੇ ਬੈਠੇ ਸੀਗੇ, ਤੇ ਉਹ ਕਹਿੰਦੇ ਵੀ ਕਿਸਾਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਇਹ ਮਾਲ ਗੱਡੀ ਆ ਜਾਂ ਦੂਸਰੀ ਮੁਸਾਫਰ ਗੱਡੀ ਆ ਜੀ। ਤੇ ਉਹ ਗੱਲ ਇਹ ਇੱਥੇ ਆ ਕੇ ਮੁੱਕਦੀ ਸੀ ਵੀ ਕਿਸਾਨਾਂ ਨੇ ਤਾਂ ਹੀ ਤਾਂ ਪਲੇਟਫਾਰਮ ਤੇ ਆ ਕੇ ਬੈਠੇ ਆ ਜੀ, ਵੀ ਜੇ ਕੋਈ ਮੁਸਾਫਰ ਗੱਡੀ ਆਉਂਦੀ ਦਿਸੀ ਤਾਂ ਉਹਨਾਂ ਨੂੰ ਉਨੀ ਪੈਰੀ ਵਾਪਸ ਮੋੜ ਦਿਆਂਗੇ ਤੇ ਜਿਹੜੀ ਮਾਲ ਗੱਡੀ ਹੋਈ ਆ ਤਾਂ ਉਹਨੂੰ ਲੰਘਣ ਦੇ ਦਿਆਂਗੇ। ਤਾਂ ਚਲੋ ਗੱਲ ਉਹਨਾਂ ਦੀ ਉੱਥੇ ਤੱਕ ਠੀਕ ਰਹੀ। ਪਰ ਹੁਣ ਜਦੋਂ ਮਾਲ ਗੱਡੀਆਂ ਰੋਕ ਦੇਣੀਆਂ ਤੇ ਇਹਦਾ ਮਤਲਬ ਤਾਂ ਇਹ ਆ ਵੀ ਕੇਂਦਰ ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ ਹੋਰ ਉਲਝਾਈ ਜਾ ਰਿਹਾ ਜੀ। ਵੀ ਚਾਹੀਦਾ ਤਾਂ ਇਹ ਇਸੇ ਵੀ 1.5 ਮਹੀਨੇ ਤੋਂ ਇਹ ਕੰਮ ਜਿਹੜਾ ਠੱਪ ਹੋਇਆ ਪਿਆ ਤੁਹਾਡੇ ਕਾਨੂੰਨਾਂ ਕਰਕੇ, ਨਾ ਕਿ ਕਿਸਾਨਾਂ ਨੂੰ ਕਿਸੇ ਨੇ ਉਕਸਾਇਆ ਨਹੀਂ, ਨਾ ਹੀ ਕਿਸਾਨਾਂ ਨੂੰ ਕਿਸੇ ਨੇ ਪ੍ਰੇਰਿਤ ਕੀਤਾ ਪਿਆ ਕੰਮ ਕਰੋ। ਤੁਹਾਡੇ ਕਾਨੂੰਨਾਂ ਕਰਕੇ ਇਹ ਕੰਮ ਠੱਪ ਪਿਆ, ਪੰਜਾਬ ਬੰਦ ਹੋਇਆ ਪਿਆ ਪੂਰਾ। ਤੇ ਜੇ ਉਹ ਕਿਸੇ ਤਰੀਕੇ ਨਾਲ ਸਰਕਾਰ ਦੀ ਗੱਲ ਮੰਨ ਲਈ ਆ ਤੇ ਉਹਨੂੰ ਉਸ ਤਰੀਕੇ ਨਾਲ ਅਗਲੀ ਗੱਲ ਵੀ ਮਨਾਉਣ ਦੀ ਕੋਸ਼ਿਸ਼ ਕਰੋ ਨਾ ਜੀ।
ਠੀਕ ਹੈ, ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਆ ਵੀ ਮੈਂ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਮਾਲ ਗੱਡੀਆਂ ਲੰਘਣ ਲਈ ਮਨਾਇਆ ਆ ਵੀ ਤੁਸੀਂ ਇਹ ਨਾ ਕਰੋ, ਕਿਸਾਨ ਭੜਕ ਜਾਣਗੇ। ਕੱਲ ਉਹਨਾਂ ਨੇ ਮੁੱਖ ਮੰਤਰੀ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਆ ਉਹਨਾਂ ਨੂੰ ਪੱਤਰ ਵੀ ਲਿਖਿਆ ਵੀ ਜਿਹੜਾ ਤੁਹਾਡਾ ਇਹ ਰਵੱਈਆ ਆ ਇਹ ਕਿਸਾਨਾਂ ਨੂੰ ਹੋਰ ਭੜਕਾਉਣ ਦਾ ਆ। ਬੜੀ ਸਖਤ ਚੇਤਾਵਨੀ ਦਿੱਤੀ ਉਹਨਾਂ ਨੇ ਕੇਂਦਰ ਨੂੰ। ਪਰ ਉਸ ਦੇ ਨਾਲ ਜਦੋਂ ਦੇਖਿਆ ਜਾਵੇ ਤਾਂ ਕੇਂਦਰ ਨੇ ਕੀ ਮੂਹਰੇ ਜਵਾਬ ਦਿੱਤਾ ਪਿਊਸ਼ ਗੋਇਲ ਹੋਣਾ ਨੇ। ਉਹ ਕਹਿੰਦੇ ਜੀ ਪਹਿਲਾਂ ਸਾਡੀ ਰੇਲ ਗੱਡੀਆਂ ਦੇ ਜਿਹੜੇ ਡਰਾਈਵਰ ਆ, ਜਿਹੜਾ ਅਮਲਾ ਫੈਲਾ ਆ, ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਜੀ। ਜਦ ਧਰਨਾਕਾਰੀ ਕਿਸਾਨ ਖੁਦ ਕਹਿ ਰਹੇ ਆ ਵੀ ਅਸੀਂ ਮਾਲ ਗੱਡੀਆਂ ਲੰਘਣ ਦੇ ਦੇਣੀਆਂ, ਅਸੀਂ ਕਿਸੇ ਨੂੰ ਕੁਝ ਕਹਿਣਾ ਨਹੀਂ, ਤਾਂ ਫਿਰ ਇਹਦੇ 'ਚ ਸੁਰੱਖਿਆ ਵਾਲੀ ਗੱਲ ਕਿੱਥੋਂ ਆ ਗਈ? ਤੇ ਇਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਇਹ ਗੱਲ ਖਟਕਦੀ ਆ ਵੀ ਜੇ ਇਹ ਮਾਲ ਗੱਡੀਆਂ ਲੰਘਣ ਦੇਤੀਆਂ ਤਾਂ ਪੰਜਾਬ ਦੀ ਅਰਥ ਵਿਵਸਥਾ ਤਾਂ ਫਿਰ ਸੁਧਰ ਜਾਊਗੀ ਤੇ ਕਿਸਾਨਾਂ ਦਾ ਧਰਨਾ ਤਾਂ ਜਾਰੀ ਰਹੂਗਾ। ਤੇ ਉਹ ਉਹਨਾਂ ਦੀ ਕੋਸ਼ਿਸ਼ ਆ ਵੀ ਕਿਸਾਨਾਂ ਦਾ ਧਰਨਾ ਖਤਮ ਕਰਕੇ ਫੇਰ ਹੀ ਅਸੀਂ ਕੋਈ ਅੱਗੇ ਕਦਮ ਚੁੱਕਾਂਗੇ। ਪਰ ਨਾਲ ਦੀ ਨਾਲ ਉਹ ਇਸ ਨੂੰ ਵੀ ਫੇਰ ਬਾਰ-ਬਾਰ ਸਹੀ ਠਹਿਰਾ ਰਹੇ ਆ। ਮੇਰੇ ਖਿਆਲ ਪਰਸੋਂ ਜਿਹੜੀ ਮਨ ਕੀ ਬਾਤ ਦੇ ਵਿੱਚ ਵੀ ਪ੍ਰਧਾਨ ਮੰਤਰੀ ਹੋਣਾ ਨੇ ਜਦੋਂ 70ਵੀਂ ਕੜੀ ਦਾ ਜਿਹੜਾ ਆਪਣਾ ਪ੍ਰੋਗਰਾਮ ਸੀ ਰੇਡੀਓ ਦਾ, ਉਹਦੇ ਵਿੱਚ ਉਹਨਾਂ ਨੇ ਫੇਰ ਇਸ ਦਾ ਜ਼ਿਕਰ ਕੀਤਾ ਵੀ ਦੇਖ ਲਓ ਮਹਾਰਾਸ਼ਟਰ ਦੇ ਵਿੱਚ ਇੱਕ ਕੰਪਨੀ ਨੇ ਕਿਸਾਨਾਂ ਤੋਂ ਮੱਕੀ ਖਰੀਦੀ ਔਰ ਮੱਕੀ ਖਰੀਦਣ ਦੇ ਨਾਲ ਨਾਲ ਉਹਨਾਂ ਨੂੰ ਕਹਿੰਦੇ ਵਾਜਬ ਔਰ ਉਚਿਤ ਭਾਅ ਵੀ ਦਿੱਤਾ। ਉਸ ਤੋਂ ਇਲਾਵਾ ਐਸ ਜਿਹੜੇ ਤਿਉਹਾਰੀ ਸੀਜ਼ਨ ਦੇ ਵਿੱਚ ਉਹਨਾਂ ਨੂੰ ਕਹਿੰਦੇ ਕਿਸਾਨਾਂ ਨੂੰ ਬੋਨਸ ਵੀ ਦਿੱਤਾ ਜੀ। ਕਹਿੰਦੇ ਵੀ ਇਹ ਮੈਨੂੰ ਜਿੱਥੇ ਤੱਕ ਲੱਗਦਾ ਆ ਵੀ ਇਸ ਤਰੀਕੇ ਨਾਲ ਜੇ ਚੱਲਦਾ ਰਿਹਾ ਕੰਮ ਤੇ ਕਿਸਾਨਾਂ ਦੇ ਭਵਿੱਖ ਲਈ ਬਹੁਤ ਹੀ ਬਿਹਤਰ ਹੋਵੇਗਾ। ਜੇ ਮੈਂ ਗਲਤ ਨਹੀਂ ਤਾਂ ਉਹਨਾਂ ਨੇ ਪਿਛਲੇ ਕੁਝ ਦਿਨ ਪਹਿਲਾਂ ਇੱਕ ਹੋਰ ਕੰਪਨੀ ਦਾ ਵੀ ਜ਼ਿਕਰ ਕੀਤਾ ਸੀ ਜਿਹਨੇ ਕੁਝ ਖਾਸ ਕਿਸਮ ਦੇ ਚਾਵਲ ਸ਼ਾਇਦ ਖਰੀਦੇ ਸੀ। ਉਹ ਬਾਸਮਤੀ ਦੀ ਕਿਸਮ ਸੀਗੀ ਕੁਝ। ਤੇ ਇਹਦੇ ਵਿੱਚ ਵੀ ਇਦਾਂ ਇਹਨਾਂ ਨੇ ਕਿਹਾ ਵੀ ਮੱਕਾ ਖਰੀਦਿਆ ਸੀ, ਜਿਹੜਾ ਉੱਥੇ ਆਮ ਮਹਾਰਾਸ਼ਟਰ ਦੇ ਵਿੱਚ ਮੱਕਾ ਜ਼ਿਆਦਾ ਹੋਊਗਾ। ਆਪਾਂ ਮੱਕਾ ਬੀਜਦੇ, ਪੰਜਾਬ 'ਚ ਵੀ ਬੀਜਦੇ ਆ, ਪਰ ਉੱਥੇ ਜਿਹੜਾ ਮੱਕਾ ਖਰੀਦਿਆ ਸੀ ਉਹਨੇ ਕਹਿੰਦੇ ਵਾਜਬ ਮੁੱਲ ਵੀ ਦਿੱਤਾ, ਉਹਨਾਂ ਨੂੰ ਉਚਿਤ ਭਾਅ ਦੇ ਕੇ ਖਰੀਦਿਆ ਵੀ ਔਰ ਪੂਰੀ ਖਰੀਦ ਵੀ ਲਈ ਆ। ਪਰ ਉਸ ਦੇ ਨਾਲ ਕਹਿੰਦੇ ਬੋਨਸ ਵੀ ਦਿੱਤਾ। ਹੁਣ ਰਹੀ ਤਾਂ ਗੱਲ ਉੱਥੇ ਮਹਾਰਾਸ਼ਟਰ ਦੇ ਵਿੱਚ ਵੀ ਉੱਥੇ ਤਾਂ ਪਹਿਲਾਂ ਤਾਂ MSP ਹੈ ਨਹੀਂ ਤੇ ਹੁਣ ਕੀ ਪਤਾ ਕਿਹੜੇ ਵਾਜਬ ਭਾਅ ਦਿੱਤਾ, ਇਹ ਤਾਂ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਜੇ ਅਸੀਂ ਇਸ ਗੱਲ ਨੂੰ ਮੰਨ ਵੀ ਲਈਏ ਕਿ ਉਹਨਾਂ ਨੇ ਵਾਜਬ ਭਾਅ ਦਿੱਤਾ ਜੀ, ਕਿ ਚੌਲਾਂ ਲਈ ਵੀ, ਬਾਸਮਤੀ ਲਈ ਵੀ ਦਿੱਤਾ ਤੇ ਮੱਕੇ ਲਈ ਵੀ ਦਿੱਤਾ, ਪਰ ਇਹ ਪੂਰੇ ਮੁਲਕ ਦੀਆਂ ਦੋ ਘਟਨਾਵਾਂ ਨੇ ਜੀ। ਤੇ ਜਿਹੜੀਆਂ 2 ਲੱਖ ਘਟਨਾਵਾਂ ਘੱਟ MSP ਦੀਆਂ ਨੇ ਉਹਦੀ ਵਾਰੀ ਕੋਈ ਗੱਲ ਨਹੀਂ, ਉਹਦਾ ਜ਼ਿਕਰ ਨਹੀਂ ਨਾ ਹੈਗਾ ਉਹਨਾਂ ਦਾ। ਹੋਰ ਵੀ ਗੱਲ ਅਸੀਂ ਕਰਦੇ ਹਾਂ ਕਿ ਜਦੋਂ ਅਸੀਂ ਪੰਜਾਬ ਦੇ ਸੰਘਰਸ਼ ਦੀ ਗੱਲ ਕਰਦੇ ਸੀ ਤੇ ਕਿਸਾਨਾਂ ਨੇ ਬਹੁਤ ਚੰਗਾ ਸੰਕੇਤ ਦਿੱਤਾ ਸੀ ਇਸ ਗੱਲ ਲਈ ਕਿ ਜੇ ਪੰਜਾਬ ਸਰਕਾਰ ਨੇ ਸਾਡੀ ਗੱਲ ਸੁਣੀ ਆ, ਬਿੱਲ ਉਹਨਾਂ ਦੇ ਰੱਦ ਕੀਤੇ ਆ ਤੇ ਉਹਨਾਂ ਨੇ ਆਪਾਂ ਮਾਲ ਗੱਡੀਆਂ ਨੂੰ ਲੰਘਣ ਲਈ ਇਜਾਜ਼ਤ ਦਿੰਦੇ ਆ। ਉਹ ਇਨ ਮੇਨ ਟਾਈਮ ਇਹ ਅਸੀਂ ਕੇਂਦਰ ਸਰਕਾਰ ਦਾ ਸ਼ੁਰੂ ਤੋਂ ਜਦੋਂ ਅਸੀਂ ਰਵੱਈਆ ਦੇਖਦੇ ਹਾਂ, ਕਦੇ ਉਹ ਚਿੱਠੀ ਵੀ ਪਾਉਂਦੇ ਆ, 2 ਵਾਰ ਸੱਦਿਆ ਵੀ ਆ, ਉਸ ਤੋਂ ਬਾਅਦ ਉਸ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ। ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਤੁਸੀਂ ਰੇਲਾਂ ਲੰਘਾਉਣ ਦੀ ਦੇਵਤਾ ਉਹਦੇ ਦੌਰਾਨ ਹੀ ਪ੍ਰਧਾਨ ਮੰਤਰੀ ਜੀ ਦਾ ਬਿਹਾਰ ਵਾਲਾ ਭਾਸ਼ਣ ਅਸੀਂ ਜ਼ਿਕਰ ਕੀਤਾ ਸੀ ਤੇ ਹੁਣ ਇਹਨਾਂ ਰੇਲਾਂ ਨੂੰ ਰੋਕ ਦੇਣਾ ਤੇ ਰੇਲ ਮੰਤਰੀ ਦਾ ਇਹ ਕਹਿਣਾ ਕਿ ਸਾਡੇ ਡਰਾਈਵਰਾਂ ਦੀ ਸੁਰੱਖਿਆ ਜਿਹੜੀ ਆ, ਰੇਲਾਂ ਦੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਾਈ ਜਾਵੇ। ਇਹ ਸਾਰਾ ਕੁਝ ਜਿਹੜਾ ਹੈਗਾ ਆ ਉਹ ਕੇਂਦਰ ਦੀ ਨੀਤੀ ਜਿਹੜੀ ਉਹ ਕੀ ਦਰਸਾਉਂਦੀ ਹੈ? ਦੇਖੋ, ਕੇਂਦਰ ਦੀ ਨੀਤੀ ਸਾਫ਼ ਦਰਸਾਉਂਦੀ ਆ ਵੀ ਅਸੀਂ ਇਸ ਮਾਮਲੇ 'ਚ ਪਿੱਛੇ ਹਟਣ ਵਾਲੇ ਨਹੀਂ ਜੀ, ਚਾਹੇ ਜੋ ਮਰਜ਼ੀ ਕਰ ਲਓ। ਜਿਹੜੇ ਉਹਨਾਂ ਦੇ ਰਵੱਈਏ ਤੋਂ ਲੱਗਦਾ, ਬਿਲਕੁਲ ਕਹਿ ਮੈਂ ਆਪ ਰਿਹਾ ਵੱਖਰੀ ਗੱਲ ਆ, ਉਹਨਾਂ ਦੇ ਰਵੱਈਏ ਤੋਂ ਲੱਗਦਾ ਵੀ ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਇਹ ਕਾਨੂੰਨ ਵਾਪਸ ਨਹੀਂ ਲੈਣੇ। ਪਰ ਜਿੱਥੋਂ ਤੱਕ ਮੈਨੂੰ ਇੱਕ ਹੋਰ ਗੱਲ ਲੱਗਦੀ ਆ ਉਹ ਇਹ ਆ ਵੀ ਬਿਹਾਰ ਚੋਣਾਂ ਦੇ ਨਤੀਜੇ 9-10 ਤਰੀਕ ਨੂੰ ਨਵੰਬਰ ਨੂੰ ਆਉਣੇ ਆ ਜੀ। ਮੈਨੂੰ ਲੱਗਦਾ ਵੀ ਸ਼ਾਇਦ ਉਹ ਟਾਈਮ ਵੀ ਇਹ ਵਿਹਾਉਣਾ ਚਾਹੁੰਦੇ ਆ ਕਿਸੇ ਤਰੀਕੇ ਨਾਲ ਵੀ ਉਹ ਵੀ ਲੰਘ ਜਾਈਏ, ਉਹਨਾਂ ਦਾ ਵੀ ਜਿਹੜਾ ਕੱਟਾ ਨਿਕਲਣਾ ਜਿਹੜਾ ਦੇਖ ਲਈਏ ਵੀ ਬਿਹਾਰ ਚੋਣਾਂ ਦੇ ਵਿੱਚ ਜਿਹੜੀ ਸਾਡੀ BJP ਔਰ JDU ਆ ਉਹ ਕਿੱਥੇ ਕੁ ਖੜਦੀ ਆ ਜੀ। ਕਈ ਵਾਰੀ ਜਿਹੜੀ ਮਸਲੇ ਕਈ ਹੁੰਦੇ ਨਾ ਉਹ ਆਮ ਸਟੇਟਾਂ ਦੇ ਇਲੈਕਸ਼ਨਾਂ ਦੇ ਨਾਲ ਜੁੜੇ ਹੁੰਦੇ ਆ। ਕਈ ਵਾਰੀ ਆਪਾਂ ਦੇਖਦੇ ਹਾਂ ਵੀ ਜੇ ਕੋਈ ਭਾਅ ਵਧਾਤਾ ਤਾਂ ਫਿਰ ਉਹਨੂੰ ਜੇ ਘਟਾਉਣ ਨੂੰ ਜ਼ੋਰ ਲਾਇਆ ਤਾਂ ਫਿਰ ਦੇਖ ਲੈਂਦੇ ਯਾਰ ਪਹਿਲਾਂ ਆ ਜਿਹੜੀਆਂ ਇਲੈਕਸ਼ਨਾਂ ਸਟੇਟ 'ਤੇ ਹੋ ਰਹੀਆਂ ਨਾ ਇਹਨਾਂ ਦਾ ਦੇਖ ਲਈਏ ਪਹਿਲਾਂ ਬਈ ਇਹਨਾਂ ਦਾ ਕੀ ਨਤੀਜਾ ਨਿਕਲਦਾ। ਜੇ ਤਾਂ ਪੋਜ਼ੀਟਿਵ ਆਇਆ ਫਿਰ ਤਾਂ ਚੱਲਦਾ ਰਹੂਗਾ ਇੱਦਾਂ, ਜੇ ਮਾੜਾ ਨੈਗੇਟਿਵ ਆਇਆ ਤਾਂ ਫਿਰ ਆਪਾਂ ਨੂੰ ਝੁਕਣ ਦਾ ਕੀ ਆ ਵੀ ਦੇਖਣਾ ਕਹਾਂ ਵੋਟਾਂ ਵੀ ਲੈਣੀਆਂ ਆ। ਪਰ ਇੱਕ ਗੱਲ ਹੋਰ ਵੀ ਹੈ ਸ਼ੇਰਗਿੱਲ ਸਾਹਿਬ, ਕਦੋਂ ਤੱਕ ਸਾਡੀਆਂ ਜਿਹੜੀਆਂ ਸਰਕਾਰੀ ਪਾਲਿਸੀਆਂ ਆ, ਕਦੋਂ ਤੱਕ ਸਾਡੀਆਂ ਜਿਹੜੀਆਂ ਇਹ ਨੀਤੀਆਂ ਆ ਇਹ ਲੋਕ ਹਿੱਤ ਹੋਣਗੀਆਂ ਜਾਂ ਲੋਕ ਵਿਰੋਧੀ ਹੋਣਗੀਆਂ? ਇਹਨਾਂ ਦਾ ਫੈਸਲਾ ਸਿਰਫ ਔਰ ਸਿਰਫ ਸਾਡੀਆਂ ਵੋਟਾਂ ਹੀ ਕਰਨਗੀਆਂ। ਦੇਖੋ ਜੀ, ਇਹਦੇ ਲਈ ਸਮੇਂ ਸੀਮਾ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਸਿਰਫ ਕੁਰਸੀਆਂ ਬਦਲਦੀਆਂ ਜਾਂ ਬੰਦੇ ਬਦਲਦੇ ਆ, ਸਿਸਟਮ ਨੀਤੀ ਸਾਰਾ ਕੁਝ ਉਹੀ ਰਹਿੰਦਾ ਆ। ਪਤਾ ਉਹਨਾਂ ਨੂੰ ਵੀ ਹੈਗਾ ਸੈਂਟਰ ਨੂੰ ਵੀ ਜੇ ਸਟੇਟਾਂ ਇਹ ਕਾਨੂੰਨ ਰੱਦ ਕਰਦੀਆਂ ਤਾਂ ਰੱਦ ਕਰ ਨਹੀਂ ਸਕਦੀਆਂ ਸੈਂਟਰ ਦੀਆਂ, ਕਿਉਂਕਿ ਇਹ ਸਾਡੇ ਸੰਵਿਧਾਨ ਵਿੱਚ ਦਰਜ ਆ ਬਈ ਕੇਂਦਰ ਦਾ ਕੋਈ ਵੀ ਬਣਾਇਆ ਹੋਇਆ ਕਾਨੂੰਨ ਉਹ ਕੋਈ ਵੀ ਸਟੇਟ ਰੱਦ ਨਹੀਂ ਕਰ ਸਕਦੀ। ਇੱਦਾਂ ਹੀ ਗੱਲ ਚੱਲਦੀ ਸੀ ਕਿਸੇ ਵੇਲੇ, ਤਾਂ ਮੈਂ ਇੱਦਾਂ ਹੀ ਸਵਾਲ ਪੁੱਟ ਕਰਤਾ ਬਈ ਕੇਂਦਰ ਜਿਹੜਾ ਕਾਨੂੰਨ ਬਣਾਉਂਦਾ ਆ ਪੂਰੇ ਦੇਸ਼ ਲਈ ਬਣਾਉਂਦਾ, 30-32 ਸੂਬੇ ਆ, ਤੇ ਜੇ 30-32 ਸੂਬਿਆਂ ਲਈ ਹੀ ਬਣਾਊਗਾ ਉਹ ਸੈਂਟਰ ਆਪਣੇ ਇਕੱਲੇ ਦਿੱਲੀ ਵਾਸਤੇ ਤਾਂ ਬਣਾਉਣੋਂ ਰਿਹਾ ਜੀ। ਤੇ ਜੇ ਇਕੱਲਾ ਸੂਬਾ ਹੀ ਉਹਨਾਂ ਦਾ ਹਰੇਕ ਕਾਨੂੰਨ ਨੂੰ ਰੱਦ ਕਰੀ ਗਿਆ ਤਾਂ ਫਿਰ ਉਹ ਕਾਨੂੰਨ ਲਾਗੂ ਕਿੱਥੇ ਹੋਏਗਾ ਜਾ ਕੇ ਜੀ। ਅਗਲੀ ਗੱਲ, ਜੇ ਸਟੇਟ ਜਿਹੜਾ ਕਾਨੂੰਨ ਬਣਾਉਂਦਾ ਆ
ਉਹ ਜ਼ਿਲ੍ਹਾ ਲੈਵਲ ਤੇ ਕੋਈ ਨਾ ਮੰਨੇ ਤਾਂ ਫਿਰ ਉਹ ਸਟੇਟ ਲੈਵਲ ਦੇ ਕਾਨੂੰਨ ਬਣਾਉਂਦਾ ਕੋਈ ਮਾਇਨਾ ਨਹੀਂ ਰੱਖਦਾ। ਸੋ ਇਹ ਆ ਵੀ ਉਹ ਕਾਨੂੰਨ ਰੱਦ ਨਹੀਂ ਕਰਦੇ। ਜਿੱਦਾਂ 112 ਸਬਜੈਕਟ ਇਹੋ ਜਿਹੇ ਆ ਜਿਹਦੇ ਵਿੱਚ ਇਕੱਲਾ ਸੈਂਟਰ ਕਾਨੂੰਨ ਬਣਾਉਂਦਾ ਜੀ, 62 ਸਬਜੈਕਟ ਇਹੋ ਜਿਹੇ ਆ ਜਿਹਦੇ 'ਚ ਇਕੱਲਾ ਸਟੇਟ ਬਣਾਉਂਦਾ ਜੀ, ਤੇ 52 ਸਬਜੈਕਟ ਜਿਹੜੇ ਆ ਉਹ ਕਨਕਰੈਂਟ ਚੱਲਦੇ ਆ ਜਿਨ੍ਹਾਂ 'ਚ ਸਟੇਟ ਔਰ ਸੈਂਟਰ ਇਕੱਠੇ ਬਣਾ ਸਕਦੇ, ਪਰ ਉਹਦੇ ਵਿੱਚ ਵੀ ਰਾਸ਼ਟਰਪਤੀ ਦੀ ਮਨਜ਼ੂਰੀ ਔਰ ਕੇਂਦਰ ਦੇ ਨਾਲ ਸਲਾਹ ਮਸ਼ਵਰਾ ਜ਼ਰੂਰੀ ਹੁੰਦਾ ਆ। ਸ਼ੇਰਗਿੱਲ ਸਾਹਿਬ, ਇਹ ਜਿਹੜਾ ਮੁੱਦਾ ਆ ਇਹ ਹਾਲੇ ਤੱਕ ਦਿਨ ਪਰ ਦਿਨ ਸੰਵਿਧਾਨਕ ਤੌਰ ਤੇ ਵੀ ਤੇ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਵੀ ਪੇਚੀਦਾ ਹੀ ਹੋਈ ਜਾਂਦਾ। ਸ਼ੇਰਗਿੱਲ ਸਾਹਿਬ, ਇਹ ਸਾਰੀ ਗੱਲਬਾਤ ਜਿਹੜੀ ਜਾਰੀ ਰਹੂਗੀ। ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਤੋਂ ਬਾਅਦ। ਵਾਪਸੀ ਕਰਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਸ਼ੇਰਗਿੱਲ ਸਾਹਿਬ, ਤੁਸੀਂ ਦੱਸ ਰਹੇ ਸੀਗੇ ਕਿ ਸੰਵਿਧਾਨ ਦੇ ਅਨੁਸਾਰ ਜਿਹੜੇ ਮੁੱਦੇ ਮੁੱਦੇ ਸਟੇਟ ਦੇ ਨੇ, ਕਿਹੜੇ ਸੈਂਟਰ ਦੇ ਨੇ ਤੇ ਕਿਹੜੇ ਕਨਕਰੈਂਟ ਸਬਜੈਕਟਸ ਤੁਸੀਂ ਸਾਂਝੇ ਮੁੱਦੇ ਜਿਹੜਾ ਦਿਨਾਂ ਤੇ ਦੋਨਾਂ ਦੀ ਰਾਏ ਹੁੰਦੀ। ਸਟੇਟ ਵੀ ਬਣਾ ਸਕਦਾ ਕਾਨੂੰਨ ਤੇ ਸੈਂਟਰ ਵੀ ਬਣਾ ਸਕਦਾ, ਪਰ ਉਹਦੇ ਵਿੱਚ ਸਟੇਟ ਲਈ ਇੱਕ ਲਾਜ਼ਮੀ ਹੁੰਦਾ ਵੀ ਜੇ ਉਹ ਕਾਨੂੰਨ ਬਣਾ ਵੀ ਸਕਦਾ ਤਾਂ ਉਹਦੇ ਵਿੱਚ ਕੋਈ ਸੋਧ ਕਰ ਸਕਦਾ, ਜ਼ਿਆਦਾ ਨਵਾਂ ਨਹੀਂ ਕੁਝ ਕਰ ਸਕਦਾ, ਸੋਧ ਕਰ ਸਕਦਾ, ਕੋਈ ਉਹਦੇ ਵਿੱਚ ਕੁਝ ਐਡ ਕਰਨਾ ਸਕਦੀ ਆ, ਪਰ ਉਹਦੇ ਲਈ ਵੀ ਰਾਸ਼ਟਰਪਤੀ ਦੀ ਮਨਜ਼ੂਰੀ ਉਹਦੇ ਵਾਸਤੇ ਲਾਜ਼ਮੀ ਹੁੰਦੀ ਹੈ ਜੀ। ਸੋ ਖੇਤੀਬਾੜੀ ਦਾ ਸਬਜੈਕਟ ਹੈ ਦੋਨਾਂ ਦਾ ਹੀ ਆ, ਇਹਦੇ 'ਚ ਸੋਧ ਕਰ ਸਕਦੇ, ਹੋਰ ਕਰ ਸਕਦੇ, ਪਰ ਇਹ ਰੱਦ ਨਹੀਂ ਕਰ ਸਕਦੇ ਕਿਸੇ ਵੀ ਤਰੀਕੇ ਨਾਲ, ਕਿਉਂਕਿ ਗੱਲ ਉੱਥੇ ਆ ਜਾਂਦੀ ਵੀ ਜੇ ਇਹ ਰੱਦ ਕਰਨ ਲੱਗ ਪੈਣ ਤਾਂ ਫਿਰ ਲਾਗੂ ਕਿਹਦੇ ਤੇ ਹੋਏਗਾ। ਇਹ ਉਹ ਕੇਂਦਰ ਚੰਗੀ ਤਰ੍ਹਾਂ ਜਾਣਦਾ ਵੀ ਸਾਡੇ ਬਣਾਏ ਹੋਏ ਕਾਨੂੰਨ ਇਹ ਰੱਦ ਨਹੀਂ ਕਰ ਸਕਦੇ। ਪਰ ਮਸਲਾ ਹੁਣ ਇਹ ਆਉਂਦਾ ਵੀ ਆਪਾਂ ਪਹਿਲਾਂ ਵੀ ਅਪੀਲ ਕੀਤੀ ਸੀ ਵੀ ਸਰਕਾਰ ਨੂੰ ਵੀ ਇਹ ਮਸਲਾ ਜਿੰਨਾ ਜਲਦੀ ਹੋ ਸਕਦਾ ਨਿਬੇੜੋ। ਬਹੁਤ ਦੇਰ ਹੋ ਗਈ ਆ ਵੀ ਇਹ ਪੰਜਾਬ ਨੂੰ ਹੀ ਕਿਉਂ ਇਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ, ਕਿਉਂ ਨਹੀਂ ਇਸ ਮਸਲੇ ਤੇ ਉਹਨੂੰ ਤਰੀਕੇ ਨਾਲ ਨਹੀਂ ਕਿਸੇ ਤਰੀਕੇ ਨਾਲ ਗੱਲ ਬਣਦੀ, ਗੱਲਬਾਤ ਨਾਲ ਹੀ ਕਰ ਲਓ ਜੀ। ਕੋਈ ਜਿਹੜੇ ਕਿਸਾਨਾਂ ਦੇ ਤੌਖਲੇ ਆ ਉਹਨੂੰ ਕਿਸੇ ਹੱਦ ਤੱਕ ਘਟਾਉਣ ਦੇ ਜਾਂ ਖਤਮ ਕਰਨ ਦੀ ਕੋਸ਼ਿਸ਼ ਤਾਂ ਕਰੋ। ਇਹ ਥੋੜੀ ਵੀ ਜੋ ਤੁਸੀਂ ਬਣਾਈ ਦਿੱਤੇ ਆ ਵੀ ਤੁਸੀਂ ਕਹਿਣਾ ਭਾਈ ਅਸੀਂ ਦਾ ਕੰਮ ਕਰਤਾ ਹੈ, ਤੁਹਾਡੀ ਮਰਜ਼ੀ ਆ, ਰੱਖੋ ਨਹੀਂ ਰੱਖਣਾ ਨਾ ਅਸੀਂ ਲਾਗੂ ਕਰਤੇ ਆ, ਪਰ ਇਹ ਤਰੀਕੇ ਨਾਲ ਗੱਲ ਚੱਲਦੀ ਨਹੀਂ ਹੁੰਦੀ ਆ। ਸੈਂਟਰ ਨੂੰ ਵੀ ਸੋਚਣਾ ਚਾਹੀਦਾ, ਚਲੋ ਸਟੇਟਾਂ ਦਾ ਸਰਕਾਰ ਚੱਲਦੀ ਆ। ਹੁਣ ਇਹਦੇ ਵਿੱਚ ਜਿਹੜੀ ਮਾਲ ਗੱਡੀਆਂ ਦੀ ਗੱਲ ਮੈਂ ਕਰਦਾ, ਇਹਦੇ ਵਿੱਚ ਵੀ ਬਾਕੀ ਪਾਰਟੀਆਂ ਨੇ ਵੀ ਬੜਾ ਵੱਡੀ ਅਪੀਲ ਕੀਤੀ ਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਸੈਂਟਰ ਨੂੰ ਅਪੀਲ ਕੀਤੀ ਆ ਬਈ ਇਹ ਟਕਰਾਅ ਵਾਲੀ ਨੀਤੀ ਜਿਹੜੀ ਹੈ ਛੱਡ ਦੇਣੀ ਚਾਹੀਦੀ ਤੁਹਾਨੂੰ ਜੀ, ਵੀ ਇਹ ਕਿਸਾਨੀ ਦਾ ਮੁੱਦਾ ਇਕੱਲਾ ਪੰਜਾਬ ਦਾ ਨਹੀਂ ਹੈਗਾ, ਪੂਰੇ ਦੇਸ਼ ਦਾ ਹੈਗਾ, ਤੇ ਇਸ ਦੇ ਨਾਲ ਜਿਹੜਾ ਪੰਜਾਬ ਦੇ ਟੋਟਲ ਅਰਥਚਾਰੇ ਨੂੰ ਜਿਹੜਾ ਨੁਕਸਾਨ ਹੋਣਾ ਆ ਉਹ ਬਹੁਤ ਵੱਡਾ ਉਹਨਾਂ ਨੇ ਖਦਸ਼ਾ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਆਪਾਂ ਆਮ ਆਦਮੀ ਪਾਰਟੀ ਦੇ ਜਿਹੜੇ ਭਗਵੰਤ ਮਾਨ ਆ ਉਹਨਾਂ ਨੇ ਵੀ ਬੜੀ ਤਿੱਖੀ ਟਿੱਪਣੀ ਕੀਤੀ ਆ ਵੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਤੇ ਉਤਰ ਆਏ ਹਨ ਜੀ। ਹੁਣ ਉਹ ਜਦੋਂ ਇਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਗੱਲ ਤਾਂ ਅਟਕਦੀ ਆ ਨਾ ਮਨ ਦੇ ਵਿੱਚ ਵੀ ਇਹ ਕੇਂਦਰ ਪੰਜਾਬ ਨਾਲ ਕਿਹੜੀ ਗੱਲ ਦਾ ਬਦਲਾ ਲੈ ਰਿਹਾ ਜੀ। ਕਾਨੂੰਨ ਤੁਸੀਂ ਬਣਾਏ, ਸਾਨੂੰ ਪੁੱਛਿਆ ਨਹੀਂ, ਲਾਗੂ ਤੁਸੀਂ ਕੀਤਾ, ਸਾਨੂੰ ਦੱਸਿਆ ਨਹੀਂ, ਤੇ ਹੁਣ ਜੇ ਅਸੀਂ ਦੱਸਦੇ ਆ ਵੀ ਸਾਡੇ ਲਈ ਕਾਨੂੰਨ ਮਾੜੇ ਆ ਤਾਂ ਸਾਡੀ ਗੱਲ ਤਾਂ ਸੁਣੋ ਜੀ, ਤਾਂ ਹੀ ਅੱਗੇ ਤੁਰੂਗੇ। ਜੇ ਸਾਡੀ ਗੱਲ ਹੀ ਨਹੀਂ ਸੁਣਨੀ, ਤੁਸੀਂ ਆਪ ਹੀ ਬਣਾ ਕੇ ਸਾਰਾ ਕੁਝ ਥੋਪੀ ਜਾਣਾ, ਤਾਂ ਫਿਰ ਉਹ ਵੀ ਗੱਲ ਠੀਕ ਨਹੀਂ ਲੱਗਦੀ ਜੀ। ਜਿਹੜਾ ਟ੍ਰੇਨਾਂ ਨੂੰ ਰੋਕਣ ਦਾ ਮਸਲਾ ਹੈ ਇਹ ਬੜਾ ਬਿਲਕੁਲ ਇੱਕ ਇਹ ਹੁਣ ਕਾਫੀ ਹੱਦ ਤੱਕ ਭੱਗ ਗਿਆ, ਜਿੱਦੀ ਵਾਲਾ ਇਹ ਮਸਲਾ ਸਮਝ ਲਓ ਜੀ। ਤੁਸੀਂ ਗੱਲ ਕੀਤੀ ਕਿ ਵਿਧਾਨ ਸਭਾ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਸਕਦੀ। ਜੀ ਬਿਲਕੁਲ, ਆਪਾਂ ਇਸ ਗੱਲ ਨਾਲ ਸਹਿਮਤ ਹਾਂ ਕਿ ਉਹਨਾਂ ਨੂੰ ਕਾਨੂੰਨ ਪਾਸ ਕਰਨ ਦੇ ਵਿੱਚ ਉਹਨਾਂ ਦੀ ਜਿਹੜੀ ਮੁਹਾਰਤ ਆ ਉਹ ਨਹੀਂ ਹੈਗੀ, ਉਹਨਾਂ ਦਾ ਇਹ ਅਧਿਕਾਰ ਖੇਤਰ ਹੀ ਨਹੀਂ ਹੈਗਾ, ਪਰ ਵਿਰੋਧ ਤਾਂ ਦਰਸਾਉਂਦੇ ਨਾ ਇਹ ਗੱਲ। ਬਿਲਕੁਲ, ਪ੍ਰਦਰਸ਼ਨ ਵਿਰੋਧ ਤਾਂ ਹੁੰਦਾ, ਉਹ ਤਾਂ ਲੋਕਤੰਤਰ ਹੈ, ਹਰੇਕ ਨੂੰ ਹੱਕ ਹੈ ਜੀ। 117 ਮੈਂਬਰੀ ਵਿਧਾਨ ਸਭਾ ਜਦੋਂ 115 ਮੈਂਬਰ ਖੜੇ ਹੋ ਕੇ ਇੱਕ ਕਾਨੂੰਨ ਨੂੰ ਗਲਤ ਕਹਿੰਦੇ ਆ ਤਾਂ ਸੈਂਟਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਇਹ ਮੈਂ ਕਹਿ ਰਿਹਾ ਸੀ ਵੀ ਕੇਂਦਰ ਨੂੰ ਸੋਚਣਾ ਚਾਹੀਦਾ ਤੇ ਸਾਰਾ ਪੰਜਾਬ ਵੀ ਇਕੱਠਾ ਹੋ ਕੇ ਇੱਕ ਪਾਸੇ ਨਾ ਹੋ ਗਿਆ। ਕੋਈ ਇਹ ਤਾਂ ਨਹੀਂ ਕਹਿ ਰਿਹਾ ਵੀ ਕਿਸਾਨਾਂ ਦਾ ਅੰਦੋਲਨ ਗਲਤ ਆ ਜੀ। ਕੋਈ ਇੱਕ ਬੰਦਾ ਲੱਭ ਕੇ ਦੱਸ ਦਿਓ ਵੀ ਕਿਸੇ ਨੇ ਇੱਕ ਵਾਰੀ ਵੀ ਸਵਾਲ ਉਠਾਇਆ ਹੋਵੇ ਵੀ ਤੁਸੀਂ ਗਲਤ ਕਰ ਰਹੇ ਹੋ ਜੀ। ਗਲਤ ਹੈ, ਉਹਨਾਂ ਨੂੰ ਸਮਝ ਲੱਗ ਗਈ ਨਾ ਵੀ ਜੇ ਕਿਸਾਨ ਹੀ ਨਹੀਂ ਤਾਂ ਰੋਟੀ ਕਿੱਥੋਂ ਆਣੀ ਆ। ਸ਼ੇਰਗਿੱਲ ਸਾਹਿਬ, ਜੇ ਆਪਾਂ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ, ਬਹੁਤ ਦੂਰ ਨਾ ਵੀ ਜਾਈਏ, ਆਜ਼ਾਦੀ ਦੀ ਗੱਲ ਕਰੀਏ ਤੇ ਪੰਜਾਬ ਵੰਡਿਆ ਗਿਆ ਜੀ। ਬਿਲਕੁਲ, ਉਸ ਤੋਂ ਬਾਅਦ ਜਦੋਂ ਮੁੜ ਵਸੇਬੇ ਦੀਆਂ ਗੱਲਾਂ ਹੋਈਆਂ ਤਦ ਵੀ ਪੰਜਾਬ ਨੇ ਬਹੁਤ ਕੁਝ ਚੱਲਿਆ। ਬਿਲਕੁਲ, ਉਸ ਤੋਂ ਬਾਅਦ ਜਦੋਂ ਸੂਬਿਆਂ ਦਾ ਦੁਬਾਰਾ ਨਵੀਨੀਕਰਨ ਕੀਤਾ ਗਿਆ ਜਾਂ ਪੁਨਰ ਗਠਨ ਕੀਤਾ ਗਿਆ, ਪੰਜਾਬ ਜਿਹੜਾ ਸੀ ਉਹਦੇ ਚੋਂ ਹਿਮਾਚਲ ਤੇ ਹਰਿਆਣਾ ਨੂੰ ਫਿਰ ਵੱਖ ਕਰਤਾ ਗਿਆ, ਫਿਰ ਪੰਜਾਬ ਨਾਲ ਨੁਕਸਾਨ ਹੋਇਆ। ਫਿਰ ਉਸ ਤੋਂ ਬਾਅਦ 80ਵੇਂ ਦੇ ਵਿੱਚ ਜੋ ਪੰਜਾਬ ਨੇ ਚੱਲਿਆ ਉਹਦੇ ਵਿੱਚ ਵੀ ਪੰਜਾਬ ਦੇ ਜਿਹੜੇ ਲੋਕ ਆ, ਪੰਜਾਬੀ ਅਸੀਂ ਇਸੇ ਗੱਲ ਦੇ ਵਿੱਚ ਦੇਖਦੇ ਹਾਂ, ਇਸੇ ਗੱਲ ਨੂੰ ਨਜ਼ਰ ਸਾਡੇ ਸਾਹਮਣੇ ਆਉਂਦੀ ਆ ਕਿ ਜਿਹੜੇ ਸੈਂਟਰ ਦਾ ਪੰਜਾਬ ਨਾਲ ਵਿਤਕਰਾ ਆ ਉਹ ਜਾਰੀ ਹੈ, ਸ਼ੁਰੂ ਤੋਂ ਚੱਲਿਆ ਆ ਰਿਹਾ। ਇਹ ਹੁਣ ਫਿਰ ਇੱਕ ਵਾਰੀ ਉਹ ਸਾਡੇ ਜਿਹੜੇ ਜ਼ਖਮ ਆ ਉਹਨਾਂ ਨੂੰ ਨਵੇਂ ਕਰਨ ਵਾਲੀ ਗੱਲ ਹੈ। ਬਿਲਕੁਲ ਜੀ, ਬਿਲਕੁਲ ਇਸੇ ਤਰੀਕੇ ਨਾਲ ਤਾਂ ਹੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਵੀ ਇਹ ਹੋਵੇ ਨਾ ਹੋਵੇ ਕਿਤੇ ਪੁਰਾਣਾ ਸਮਾਂ ਦਾ ਕਿਤੇ ਮੁਸ਼ਕਲ ਦੌਰ ਨਾ ਇਹੋ ਜਿਹਾ ਚੱਲ ਪਵੇ, ਜਿਹਦੇ ਕਰਕੇ ਵੀ ਕੇਂਦਰ ਨੂੰ ਵਾਰ-ਵਾਰ ਸਾਰੀਆਂ ਪਾਰਟੀਆਂ ਅਪੀਲ ਕਰ ਰਹੀਆਂ ਵੀ ਇਹ ਟਕਰਾਅ ਛੱਡ ਦਿਓ। ਇਸ ਤਰੀਕੇ ਨਾਲ, ਜਿਸ ਤਰੀਕੇ ਨਾਲ ਕਿਸਾਨ ਚੱਲ ਰਿਹਾ ਜਾਂ ਜਿਸ ਤਰੀਕੇ ਨਾਲ ਅੰਦੋਲਨ ਸ਼ਾਂਤਮਈ ਚੱਲ ਰਿਹਾ, ਇਹਨੂੰ ਸ਼ਾਂਤਮਈ ਹੀ ਰਹਿਣ ਦਿਓ।
ਸਰਹੱਦੀ ਸਟੇਟ ਆ ਤੇ ਸਾਡੇ ਜਿਹੜੇ ਸਰਹੱਦੀ ਬਿਲਕੁਲ ਜੀ, ਮੁਲਕ ਆ, ਇਹਦਾ ਵੀ ਗੁਆਂਢੀ ਮੁਲਕਾਂ ਦਾ ਵੀ ਫਾਇਦਾ ਉਠਾਉਣ ਦਾ ਉਹਨਾਂ ਨੂੰ ਤਰੀਕਾ ਮਿਲ ਜਾਂਦਾ ਹੈ। ਜੀ ਇੱਕ ਅੱਜ ਦੀ ਹੋਰ ਪ੍ਰਮੁੱਖ ਅਖਬਾਰ ਆ ਪੰਜਾਬੀ ਦੀ, ਉਹਦੀ ਇੱਕ ਖਬਰ ਸੀਗੀ ਕਿ ਜਿਹੜਾ ਪੰਜਾਬ ਦਾ ਇਹ ਅੰਦੋਲਨ ਸੀਗਾ ਉਹਦੇ ਵਿੱਚ ਜਿਹੜੀਆਂ ਧਿਰਾਂ ਸ਼ਰੀਕ ਹੋਈਆਂ ਪੰਜਾਬ ਦੇ ਦਰਦ ਲਈ, ਉਹਨਾਂ ਲਈ ਵੱਖੋ ਵੱਖਰੀਆਂ ਕੁਝ ਨੀਤੀਆਂ ਬਣਾਈਆਂ ਜਾ ਰਹੀਆਂ। ਉਹ ਖਬਰ ਤੇ ਇਦਾਂ ਸੀਗੀ ਕਿ ਜਿਹੜੇ ਗਾਇਕ ਆ ਉਹਨਾਂ ਦਾ ਡੇਟਾਬੇਸ ਇੱਕ ਬਣਾ ਰਹੀ ਆ ਸੈਂਟਰ ਸਰਕਾਰ, ਉਹ ਕੀ ਗੱਲ ਹੈ ਜੀ? ਬਿਲਕੁਲ, ਮੈਂ ਉਹੀ ਤੁਹਾਨੂੰ ਕਿਹਾ ਨਾ ਵੀ ਇਹ ਮਸਲਾ ਸੁਲਝਾਉਣ ਦੀ ਬਜਾਏ ਕੇਂਦਰ ਹੋਰ ਉਲਝਾਈ ਜਾ ਰਿਹਾ ਜੀ। ਹੁਣ ਉਹਨਾਂ ਨੇ ਇੱਕ ਆਲਾ ਅਫਸਰ ਆ ਜਿਹੜੇ ਉਹਨਾਂ ਦੇ ਇਹ ਗੱਲ ਜਿਨ੍ਹਾਂ ਤੋਂ ਆਈ ਆ ਬਈ ਇਹ ਕੇਂਦਰ ਨੇ ਉਹਨਾਂ ਦੀਆਂ ਸੂਚੀਆਂ ਮੰਗ ਲਈਆਂ ਜਿਹੜੇ ਵੱਡੇ ਵੱਡੇ ਗਾਇਕ ਜਾਂ ਛੋਟੇ ਵੱਡੇ ਜਿਹੜੇ ਵੀ ਲਾ ਲਓ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਆ, ਜਿਨ੍ਹਾਂ ਨੇ ਤਕਰੀਰਾਂ ਕੀਤੀਆਂ, ਬਹੁਤ ਗਰਮ ਬੋਲੇ ਵੀ ਆ। ਤਾਂ ਉਹਨਾਂ ਨੂੰ ਇਹ ਲੱਗਦਾ ਵੀ ਇਹ ਜਿਹੜੇ ਗਾਇਕ ਆ ਇਹ ਜਿਹੜੇ ਨੌਜਵਾਨ ਪੀੜ੍ਹੀ ਦੇ ਰੋਲ ਮਾਡਲ ਆ ਵੀ ਜ਼ਿਆਦਾ ਨੌਜਵਾਨ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ ਵੀ ਇਹ ਕਿਉਂ ਸ਼ਾਮਲ ਹੋਏ ਆ ਇਹਦੇ ਵਿੱਚ। ਦੇਖੋ, ਜਿਹਨੂੰ ਦਰਦ ਆ, ਜਿਹਨੂੰ ਆਪਣਤ ਦੇ ਵਿੱਚ ਕਿਸਾਨਾਂ ਦਾ ਜਿਹੜਾ ਲੱਗਦਾ ਵੀ ਇਹਨਾਂ ਨੂੰ ਬਹੁਤ ਧੋਖਾ ਜਾਂ ਧੱਕਾ ਹੋ ਰਿਹਾ, ਤਾਂ ਉਹ ਉਹਦੇ ਵਿੱਚ ਸ਼ਾਮਲ ਹੋਏਗਾ, ਚਾਹੇ ਉਹ ਗਾਇਕ ਹੋਵੇ, ਚਾਹੇ ਕੋਈ ਆਮ ਵਰਗ ਵਾਲਾ ਬੰਦਾ ਹੋਵੇ, ਕੋਈ ਵੀ ਹੋਵੇ, A to Z ਬੰਦਾ ਜਿਹੜਾ ਸ਼ਾਮਲ ਹੁੰਦਾ ਹੈ। ਤੇ ਹੁਣ ਸਪੈਸ਼ਲ ਇਹਨਾਂ ਨੇ ਇਹ ਜ਼ਿਕਰ ਕੀਤਾ ਆ ਬਈ ਜਿਹੜੇ ਗਾਇਕ ਸ਼ਾਮਲ ਹੋਏ ਆ ਉਹਨਾਂ ਦੀ ਸੂਚੀਆਂ ਬਣਾਓ। ਹੁਣ ਕਰਨਾ ਕੀ ਇਹਨਾਂ ਨੇ, ਜਿਵੇਂ ਉਹੀ ਮੁੱਖ ਮੰਤਰੀ ਦੇ ਮੁੰਡੇ ਨੂੰ 4 ਸਾਲ ਬਾਅਦ ਰਾਣਿੰਦਰ ਨੂੰ ED ਦਾ ਨੋਟਿਸ ਭੇਜਤਾ, ਇੱਦਾਂ ਇਹਨਾਂ ਦੀਆਂ ਜੀ ਉਹ ਆਮਦਨ ਕਰ ਰਿਟਰਨਾਂ ਖੰਗਾਲਣਗੇ, ਵਿਦੇਸ਼ੀ ਦੌਰੇ ਦੇਖਣਗੇ, ਕਿਹੜੇ ਅਖਾੜੇ ਕਿੱਥੇ ਲੱਗੇ ਆ, ਬਾਹਰੋਂ ਪੈਸਾ ਕਿੰਨਾ ਲੈ ਕੇ ਆਏ ਆ, ਇੱਥੇ ਇਨਵੈਸਟ ਕਿੰਨਾ ਕੀਤਾ ਆ, ਕਿਹੜੇ ਮਹਿੰਗੇ ਘਰ ਲਏ ਹੋ ਆ, ਕਿਹੜੇ ਮਹਿੰਗੀਆਂ ਗੱਡੀਆਂ ਲਈਆਂ, ਇਹ ਉਹਨਾਂ ਦੇ ਡਿਟੇਲ ਤਿਆਰ ਕੀਤੀ ਜਾਊਗੀ ਤਾਂ ਕਿ ਉਹਨਾਂ ਨੂੰ ਆਉਂਦੇ ਸਮੇਂ ਦੇ ਵਿੱਚ ਤੰਗ ਪਰੇਸ਼ਾਨ ਕਰਨਾ ਹੁੰਦਾ, ਜੇ ਇਹ ਸ਼ਬਦ ਵਰਤਿਆ ਜਾ ਸਕਦਾ ਆਪਾਂ ਵੀ ਤੰਗ ਪਰੇਸ਼ਾਨ ਕਰਨਾ। ਹਾਲਾਂਕਿ ਹੋ ਸਕਦਾ ਉਹਨਾਂ ਨੇ ਸਾਰਿਆਂ ਨੇ ਆਪਣੇ ਡਿਟੇਲ ਰੱਖੇ ਹੋਣਗੇ, ਬਕਾਇਦਾ ਇਨਕਮ ਟੈਕਸ ਰਿਟਰਨ ਵੀ ਭਰਦੇ ਹੋਣਗੇ, ਕਿਉਂਕਿ ਸਾਰੇ ਤਕਰੀਬਨ ਉਹ ਸਾਰੀ ਦੁਨੀਆ 'ਚ ਘੁੰਮਦੇ ਆ ਗਾਇਕ, ਤੇ ਉਹਨਾਂ ਨੂੰ ਤਾਂ ਆਪਣਾ ਰਿਕਾਰਡ ਤਾਂ ਰੱਖਣਾ ਪੈਂਦਾ ਨਾ, CA ਰੱਖਿਆ ਹੁੰਦਾ, ਮੈਨੇਜਰ ਹੁੰਦਾ ਆ। ਤੇ ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕੋਈ ਇਹਨਾਂ ਨੂੰ ਬਹੁਤਾ ਮਿਲਣ ਵਾਲਾ, ਪਰ ਖੈਰ ਚਲੋ ਉਹਨਾਂ ਨੇ ਆਪਣੀ ਕਾਰਵਾਈ ਪਾਉਣੀ ਆ ਵੀ ਇਹ ਜਿਹੜਾ ਇਹਨਾਂ ਨੇ ਕਿਸਾਨ ਦਾ ਸਮਰਥਨ ਕਿਉਂ ਕੀਤਾ। ਗੱਲ ਉੱਥੇ ਆ ਜਾਂਦੀ, ਕਿਸਾਨ ਦੀ ਗੱਲ ਨਹੀਂ ਸੁਣਨੀ, ਕਿਸਾਨਾਂ ਦਾ ਭਲਾ ਨਹੀਂ ਕਰਨਾ, ਕਿਸਾਨਾਂ ਦੇ ਮਸਲੇ ਦਾ ਹੱਲ ਨਹੀਂ ਕਰਨਾ, ਸਗੋਂ ਇਹ ਦੇਖਣਾ ਵੀ ਇਹਨਾਂ ਦੇ ਸਮਰਥਨ ਵਿੱਚ ਆਏ ਕੌਣ ਆ ਜੀ। ਹੁਣ ਜੇ ਹੁਣ ਸਿਆਸੀ ਪਾਰਟੀਆਂ ਜਿਹੜੀਆਂ ਆਈਆਂ ਸਿਰਫ ਤੁਹਾਡੀ ਭਾਜਪਾ ਨੂੰ ਛੱਡ ਕੇ, ਤਾਂ ਫਿਰ ਬਾਕੀ ਸਿਆਸੀ ਪਾਰਟੀਆਂ ਦੇ ਵੀ ਖੰਗਾਲੋ, ਉਹ ਵੀ ਦੇਖੋ ਵੀ ਹਾਂ ਵੀ ਉਹਨਾਂ ਦਾ ਵੀ ਕੀ, ਇਹ ਕਿਉਂ ਇਹਨਾਂ ਨੇ ਐਡੀ ਦੂਰ ਤੱਕ ਮਾਰਚ ਕੱਢਿਆ, ਕਿਉਂ ਉਹਨਾਂ ਨੇ ਟਰੈਕਟਰ ਮਾਰਚ ਕੱਢਿਆ, ਸੈਂਟਰ ਤੋਂ ਤੁਹਾਡੇ ਤੋਂ ਬੰਦਾ ਆ ਕੇ ਇੱਥੇ ਟਰੈਕਟਰ ਮਾਰਚ ਕਰਨ ਡਿਆ ਐਡੇ ਲੰਮੇ, ਤੇ ਉਹ ਵੀ ਦੇਖੋ ਵੀ ਟਰੈਕਟਰ ਮਾਰਚ ਲਈ ਖਰਚਾ ਕਿੱਥੋਂ ਆਇਆ ਜੀ, ਉਹ ਵੀ ਕਢਾਓ ਫਿਰ ਜਿਆਦਾ। ਜੇ ਤੇ ਗਾਇਕਾਂ ਵੱਲ ਨੂੰ ਹੋਏ ਆ ਤਾਂ ਉਹਨਾਂ ਦਾ ਵੀ ਇਹਨਾਂ ਨੂੰ ਲੱਭਣਾ ਚਾਹੀਦਾ ਵੀ ਇਹ ਟਰੈਕਟਰ ਮਾਰਚ ਲਈ ਪੈਸਾ ਕਿੱਥੋਂ ਕੱਢਿਆ, ਟਰੈਕਟਰ ਸ਼ਿੰਗਾਰਿਆ ਤਾਂ ਪੈਸਾ ਕਿੱਥੋਂ ਲਾਇਆ। ਇਹ ਸਾਰਾ ਕੁਝ ਆਉਣ ਦੇ ਦਿਨਾਂ 'ਚ ਹੋ ਸਕਦਾ ਇਹਦੇ ਵੱਲ ਵੀ ਹੋ ਜਾਣ, ਪਰ ਇਹ ਰੁਝਾਨ ਆ ਇਹ ਗਲਤ ਤਰੀਕੇ ਵੱਲ ਜਾ ਰਿਹਾ। ਇਸ ਮਸਲੇ ਨੂੰ ਜਿੰਨਾ ਜਲਦੀ ਸੁਲਝਾਇਆ ਜਾਣਾ ਚਾਹੀਦਾ ਉਨਾ ਹੀ ਠੀਕ ਹੈ ਜੀ। ਬਿਲਕੁਲ ਇਹੋ ਜੀ ਰਲਦੀ ਮਿਲਦੀ ਹੀ ਇੱਕ ਖਬਰ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੀਆਂ ਸੂਚੀਆਂ ਬਣਾਉਣ ਬਾਰੇ ਵੀ ਸੀ। ਜੀ ਬਿਲਕੁਲ ਸੀਗੀ। ਇਹ ਵੈਸੇ ਤਾਂ ਪਹਿਲਾਂ ਤੋਂ ਹੀ ਲੈਂਦੇ ਆ ਰਹੇ ਆ, ਪਰ ਹੁਣ ਉਹਨਾਂ ਨੇ ਇਹਨੂੰ ਤਰਜੀਹੀ ਆਧਾਰ ਤੇ ਕਹਿਤਾ ਆ ਜੀ। ਇਹ ਮਸਲਾ ਨਿਕਲਿਆ ਜਰਮਨ ਦੀ ਇੱਕ ਸਮਾਜ ਸੇਵਕ ਆ ਔਰ ਉੱਥੋਂ ਦੀ ਇੱਕ ਉੱਘੀ ਵਕੀਲ ਵੀ ਆ, ਜਿਹਦੇ ਧਿਆਨ 'ਚ ਇਹ ਗੱਲ ਆਈ ਵੀ ਇੱਧਰੋਂ ਜਿਹੜਾ ਉੱਥੋਂ ਦਾ ਹਮਬਰਗ ਦਾ ਭਾਰਤੀ ਕੌਂਸਲ ਆ, ਉਹਨੇ ਈਮੇਲ ਕੀਤੀ ਆ ਵੀ ਇੱਥੇ ਜਿਹੜੇ ਰਹਿੰਦੇ ਸਿੱਖਾਂ ਦਾ ਡਾਟਾ ਮੁਹੱਈਆ ਕਰਾਇਆ ਜਾਵੇ ਜੀ। ਉਹਨੂੰ ਜਦੋਂ ਇਹ ਨੋਟਿਸ 'ਚ ਆਈ ਤਾਂ ਉਹਨੇ ਫਿਰ ਉਸ ਨੂੰ ਈਮੇਲ ਟੈਗ ਕਰਕੇ ਤਾਂ ਉਹਨੂੰ ਭੇਜੀ ਵਾਪਸ ਵੀ ਇਹਦੇ ਪਿੱਛੇ ਕਾਰਨ ਕੀ ਆ ਜੀ, ਵੀ ਤੁਸੀਂ ਇਹ ਡਾਟਾ ਕਿਉਂ ਲੈਣਾ ਚਾਹੁੰਦੇ ਆ, ਜਦ ਕਿ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਆ ਵੀ ਕਿਸੇ ਦਾ ਡਾਟਾ ਜਿਹੜਾ ਕਿਸੇ ਹੋਰ ਦੇਸ਼ 'ਚ ਰਹਿੰਦਾ ਹੋਵੇ ਉਹ ਤੁਸੀਂ ਨਹੀਂ ਲੈ ਸਕਦੇ। ਵੀ ਇਹਦੇ ਪਿੱਛੇ ਕਾਰਨ ਕੀ ਆ। ਉਹਨਾਂ ਨੇ ਆਪਣਾ ਕਾਰਨ ਦੱਸਿਆ ਵੀ ਅਸੀਂ ਇਹ ਚਾਹੁੰਦੇ ਆ ਵੀ ਜਿਨ੍ਹਾਂ ਦੇਸ਼ਾਂ 'ਚ ਸਿੱਖ ਰਹਿ ਰਹੇ ਆ ਉੱਥੇ ਉਹਨਾਂ ਦੇ ਹਮਲੇ ਹੁੰਦੇ ਆ, ਉਹਨਾਂ ਤੱਕ ਮਦਦ ਕਿੱਦਾਂ ਮੁਹੱਈਆ ਕਰਾਈ ਜਾ ਸਕੇ, ਸਾਡਾ ਮਨਸ਼ਾ ਇਹੀ ਆ। ਪਰ ਉਹਨਾਂ ਨੇ ਇਹ ਵੀ ਕਿਹਾ ਜੇ ਮਨਸ਼ਾ ਇਹੀ ਆ ਤਾਂ ਫਿਰ ਐਡੀ ਤਰਜੀਹੀ ਆਧਾਰ ਤੇ ਕਿਉਂ ਕੀਤਾ, ਪਹਿਲ ਦੇ ਆਧਾਰ ਤੇ ਕਿਉਂ ਕੀਤਾ। ਵੀ ਇਹ ਤੁਸੀਂ ਕਹਿ ਹੀ ਸਕਦੇ ਵੀ ਥੋੜ੍ਹਾ ਚਿਰ ਜਦੋਂ ਵੀ ਟਾਈਮ ਲੱਗਾ ਦੇ ਦਿਓ, ਹੋਰ 4-6 ਮਹੀਨੇ ਲੰਘ ਜਾਂਦੇ, ਪਰ ਤੁਸੀਂ ਕਹਿੰਦੇ ਹੁਣੇ ਹੀ ਜਾਰੀ ਕੀਤੇ ਜਾਣ। ਫਿਰ ਉਸ ਤੋਂ ਗੱਲ ਨਿਕਲੀ ਆ ਕਿ ਇਕੱਲਾ ਜਰਮਨੀ ਦੇ ਵਿੱਚ ਹੀ ਨਹੀਂ, ਵਿਦੇਸ਼ੀ ਜਿੰਨੇ ਵੀ ਵੱਡੇ ਦੇਸ਼ ਆ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਇਸੇ ਤਰੀਕੇ ਨਾਲ ਸਿੱਖਾਂ ਦੇ ਜਿਹੜੇ ਹੈਗੇ ਆ ਡਾਟੇ ਇਕੱਠੇ ਕਰਨੇ ਸ਼ੁਰੂ ਕੀਤੇ ਹਨ। ਇਹਦੇ ਵਿਚਲੇ ਮਸਲਾ ਕੀ ਆ, ਕਾਰਨ ਕੀ ਆ, ਇਹ ਹਜੇ ਕਲੀਅਰ ਨਹੀਂ ਹੋਇਆ। ਪੁਸ਼ਟੀ ਜ਼ਰੂਰ ਵਿਦੇਸ਼ ਮੰਤਰਾਲੇ ਨੇ ਕੀਤੀ ਆ ਵੀ ਹਾਂ ਵੀ ਇਹ ਡਾਟਾ ਲੈ ਰਹੇ ਆ, ਨਾਲ ਉਹ ਵੀ ਇਹ ਵੀ ਦਾਅਵਾ ਕਰ ਰਹੇ ਆ ਵੀ ਅਸੀਂ ਇਹਨਾਂ ਦੇ ਉੱਤੇ ਹਮਲੇ ਹੁੰਦੇ ਜਿਹੜੇ ਉੱਥੇ ਜਾਂ ਇਹਨਾਂ ਨੂੰ ਜਿਹੜੀ ਪਰੇਸ਼ਾਨੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਲਈ ਅਸੀਂ ਮਦਦ ਮੁਹੱਈਆ ਕਰਾਉਣ ਵਾਸਤੇ ਇਹ ਡਾਟਾ ਲੈਣੇ ਸ਼ੁਰੂ ਕੀਤੇ ਆ ਜੀ। ਚਲੋ ਹੋ ਸਕਦਾ ਉਹਨਾਂ ਨੇ ਚੰਗੇ ਮੰਤਵ ਨਾਲ ਹੀ ਕੀਤੇ ਹੋਣ, ਸ਼ਾਇਦ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਜੀ। ਜੀ 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 ਤੇ ਇਹੋ ਜਿਹੀਆਂ ਹੀ ਅਸੀਂ ਗੱਲਾਂ ਜਾਰੀ ਰੱਖੀਏ। ਅਗਲੀ ਗੱਲ ਅੱਜ ਹੋ ਰਹੀ ਸੀਗੀ ਕਿ ਕਿਸਾਨ ਜਿਹੜੇ ਆ ਉਹ ਦਿੱਲੀ ਦੇ ਵਿੱਚ ਇਕੱਤਰ ਹੋਏ ਆ, ਪੂਰੇ ਹਿੰਦੁਸਤਾਨ ਦੀਆਂ ਜਿਹੜੀਆਂ ਕਿਸਾਨੀ ਸੰਗਠਨ ਆ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਜੀ। ਬਿਲਕੁਲ, ਇਹਦੇ ਵਿੱਚ ਪਹਿਲਾਂ ਤਾਂ ਕੁਝ ਸੂਬੇ ਸ਼ਾਮਲ ਸੀਗੇ
ਜੀ ਪੰਜਾਬ ਹਰਿਆਣਾ ਵੱਡੇ ਪੱਧਰ ਤੇ ਕੁਝ ਹੋਰ ਮੱਧ ਪ੍ਰਦੇਸ਼ ਲਾ ਲਓ, ਰਾਜਸਥਾਨ ਲਾ ਲਓ ਜਾਂ ਕਰਨਾਟਕ ਵਿੱਚ ਪ੍ਰਦਰਸ਼ਨ ਵਗੈਰਾ ਹੋਏ ਸੀ। ਪਰ ਹੁਣ ਜਦੋਂ ਇਹ ਦੇਸ਼ ਪੱਧਰ ਤੇ ਲਿਜਾਣ ਦੀ ਗੱਲ ਚੱਲੀ ਆ ਤਾਂ ਫਿਰ 260-61 ਜਥੇਬੰਦੀਆਂ ਹੈ ਜਿਨ੍ਹਾਂ ਦੀ ਇੱਕ ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਬਣੀ ਆ, ਜਿਨ੍ਹਾਂ ਦੀ ਅੱਜ ਮੀਟਿੰਗ ਹੋਣੀ ਆ, ਜਿਹਦੇ ਬਾਰੇ ਅਗਲੀ ਰਣਨੀਤੀ ਤਿਆਰ ਹੋਣੀ ਆ ਕਿ ਇਹ ਮਸਲਾ ਜਿਹੜਾ ਦਿੱਲੀ ਦੇ ਵਿੱਚ ਕਿਵੇਂ ਲਿਜਾਇਆ ਜਾਵੇ ਤੇ ਕਿਸ ਤਰੀਕੇ ਨਾਲ ਅਗਲਾ ਜਿਹੜਾ ਕੰਮ ਚੁੱਕਿਆ ਜਾਵੇ। ਕਿਉਂਕਿ ਆਪਣੇ ਮੁੱਖ ਮੰਤਰੀ ਨੇ ਵੀ ਸਾਫ਼ ਕਹਿਤਾ ਸੀਗਾ ਕਿਸਾਨਾਂ ਨੂੰ ਬਈ ਹੁਣ ਜਿਹੜਾ ਕਿਸਾਨੀ ਸੰਘਰਸ਼ ਦਾ ਜਿਹੜਾ ਮੋੜ ਆਇਆ ਉਹ ਦਿੱਲੀ ਵੱਲ ਨੂੰ ਵੱਟਣਾ ਪੈਣਾ, ਤਾਂ ਹੀ ਇਹ ਗੱਲ ਮੰਨੀ ਜਾਣੀ ਆ। ਪੰਜਾਬ ਲਈ ਜਿੰਨਾ ਕੁਝ ਬਣਦਾ ਸੀ ਅਸੀਂ ਕਰ ਲਿਆ। ਲੱਗਦਾ ਆ ਵੀ ਇਸ ਜਿਹੜੇ ਮੀਟਿੰਗ ਤੋਂ ਆ ਅਗਲਾ ਜਿਹੜਾ ਰਣਨੀਤੀ ਉਹ ਵੱਡੇ ਪੱਧਰ ਤੇ ਫੈਲੂਗੀ ਔਰ ਪੂਰੇ ਦੇਸ਼ ਵਿੱਚ ਇਹ ਸਿੱਖ ਜਿਹੜਾ ਕਿਸਾਨ ਅੰਦੋਲਨ ਆ ਇਹਦੇ ਭਖਣ ਦੇ ਆਸਾਰ ਬਣਦੇ ਜਾ ਰਹੇ ਹਨ ਜੇ ਜਲਦੀ ਮਸਲਾ ਸੁਲਝਾਇਆ ਨਹੀਂ ਤਾਂ। ਤੇ ਇਸ ਤੋਂ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਸੰਘਰਸ਼ ਆ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਫੈਲੇਗਾ। ਬਿਲਕੁਲ ਜੀ, ਫੈਲ ਜਾਣਾ ਜੀ। ਇਹ ਜਿਸ ਤਰੀਕੇ ਨਾਲ 261 ਜਥੇਬੰਦੀਆਂ ਵੱਖ-ਵੱਖ ਸਟੇਟਾਂ ਤੋਂ ਆਈਆਂ ਆ, ਉਹਨਾਂ ਨਾਲ ਤਾਲਮੇਲ ਬਿਠਾ ਕੇ ਇਹ ਆਪਣੀ ਰਣਨੀਤੀ ਤਿਆਰ ਕਰਨਗੇ। ਜੀ ਸ਼ੇਰਗਿੱਲ ਸਾਹਿਬ, ਇਸ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ 'ਚ ਅਸੀਂ ਗੱਲ ਇਹ ਵੀ ਕਰਨੀ ਆ ਕਿ ਪੰਜਾਬ ਦੀ ਭਾਜਪਾ ਦੀ ਕੋਰ ਕਮੇਟੀ ਆ ਉਹਦੀ ਵੀ ਇੱਕ ਮੀਟਿੰਗ ਹੋ ਰਹੀ ਸੀ ਕੱਲ ਜੀ, ਤੇ ਉਹਦੇ ਵਿੱਚ ਉਹਨਾਂ ਨੇ ਵੀ ਜਿਹੜੇ ਖੇਤੀ ਕਾਨੂੰਨ ਆ ਤੇ ਜਾਂ ਪੰਜਾਬ ਦੀ ਜਿਹੜੀ ਸਥਿਤੀ ਆ ਉਹਨੂੰ ਵਿਚਾਰਨ ਦੀ ਗੱਲ ਕੀਤੀ ਆ। ਬਿਲਕੁਲ ਜੀ। ਇਹਦੇ ਨਾਲ ਹੀ ਸਾਡੀ ਅਗਲੀ ਜਿਹੜੀ ਚਰਚਾ ਉਹਦੇ ਤੇ ਇਹ ਵੀ ਦੇਖਾਂਗੇ ਕਿ ਇਸ ਵਾਰ ਦੁਸ਼ਹਿਰਾ ਪੂਰੇ ਪੰਜਾਬ 'ਚ ਕਿਵੇਂ ਮਨਾਇਆ ਗਿਆ। ਬਿਲਕੁਲ, ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਅਸੀਂ ਇੱਕ ਵਾਰ ਫਿਰ ਗੱਲਬਾਤ ਕਰਦੇ ਹਾਂ। ਸ਼ੇਰਗਿੱਲ ਜੀ, ਅਸੀਂ ਗੱਲ ਕਰਦੇ ਸੀਗੇ ਕਿ ਭਾਜਪਾ ਦੀ ਜਿਹੜੀ ਕੋਰ ਕਮੇਟੀ ਆ ਉਹਦੀ ਇੱਕ ਮੀਟਿੰਗ ਹੋਈ ਬੀਤੇ ਦਿਨੀ ਪੰਜਾਬ ਦੇ ਸਿਆਸੀ ਹਾਲਾਤਾਂ ਨੂੰ ਲੈ ਕੇ ਤੇ ਪੰਜਾਬ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਉਹਨੂੰ ਦੇਖਦੇ ਹੋਏ। ਜੀ ਜੀ ਜੀ। ਤੇ ਉਹਨਾਂ ਨੇ ਦੱਸਿਆ ਕੁਝ ਨਹੀਂ, ਅਫੀਸ਼ੀਅਲੀ ਕੋਈ ਪ੍ਰੈਸ ਕਾਨਫਰੰਸ ਕਰਕੇ ਨਹੀਂ ਦੱਸਿਆ ਕਿ ਅਸੀਂ ਮੀਟਿੰਗ 'ਚ ਕੀ ਕੀਤਾ। ਦੇਖੋ ਜੀ, ਉਹਨਾਂ ਦੀ ਮੀਟਿੰਗ ਵੀ ਗੁਪਤ ਰੱਖੀ ਗਈ ਕਿਉਂਕਿ ਉਹਨਾਂ ਨੂੰ ਪਤਾ ਵੀ ਹਰ ਥਾਂ ਤੇ ਤਾਂ ਵਿਰੋਧ ਹੁੰਦਾ ਆ ਵੀ ਕਿਸਾਨ ਇੱਥੇ ਨਾ ਵੜਨ। ਕੀਤੀ ਚੰਡੀਗੜ੍ਹ ਹੈ ਉੱਦਾਂ, ਪਰ ਇਹ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਸਬਕ ਲਿਆ ਵੀ ਜਿੱਥੇ ਵੀ ਪ੍ਰੈਸ ਕਾਨਫਰੰਸ ਕਰਦੇ ਸੀਗੇ, ਜਿੱਥੇ ਵੀ ਕੋਈ ਮੀਟਿੰਗ ਕਰਦੇ ਸੀ, ਉਹ ਕਿਸਾਨ ਆ ਕੇ ਬਾਹਰ ਘੇਰ ਲੈਂਦੇ ਸੀ ਤੇ ਨਾਅਰੇਬਾਜ਼ੀ ਸ਼ੁਰੂ ਹੋ ਜਾਂਦੀ ਸੀਗੀ ਜੀ। ਤੇ ਇਸੇ ਕਰਕੇ ਇਹਨਾਂ ਨੇ ਇਸ ਕੋਰ ਕਮੇਟੀ ਦੀ ਭਾਫ ਵੀ ਨਹੀਂ ਨਿਕਲਣ ਦਿੱਤੀ, ਮੀਡੀਆ ਨੂੰ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਪਰ ਫਿਰ ਵੀ ਸੂਤਰਾਂ ਦਾ ਇਹ ਕਹਿਣਾ ਹੈ ਕਿ ਉੱਥੇ ਅਸ਼ਵਨੀ ਸ਼ਰਮਾ ਪ੍ਰਧਾਨ ਦੀ ਅਗਵਾਈ 'ਚ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਰਹੇ ਵਿਜੇ ਸੰਪਲਾ, ਫਿਰ ਸੋਮ ਪ੍ਰਕਾਸ਼ ਜਿਹੜੇ ਹੁਣ ਮੰਤਰੀ ਆ ਉਹ ਸ਼ਾਮਲ ਹੋਏ ਤੇ ਇਸ ਦੇ ਨਾਲ ਜਿਹੜੇ ਤਰਨਯੋਗ ਹੋਣੀ ਸਾਰੇ ਵੱਡੇ ਲੀਡਰ ਸ਼ਾਮਲ ਹੋਏ ਆ। ਖਾਸ ਉਹਦੇ 'ਚ ਚਰਚਾ ਇਹ ਹੋਈ ਆ ਵੀ ਜਿਹੜਾ ਸੰਘਰਸ਼ ਆ ਇਹਦੇ ਨਾਲ ਕਿਵੇਂ ਨਜਿੱਠਿਆ ਜਾਵੇ ਜਾਂ ਇਸ ਨੂੰ ਕਿਸ ਤਰੀਕੇ ਨਾਲ ਅਗਲੀ ਰਣਨੀਤੀ ਕਿਵੇਂ ਤਿਆਰ ਕੀਤੀ ਜਾਵੇ, ਇਸ ਬਾਰੇ ਮੰਥਨ ਹੋਇਆ। ਪਲੱਸ ਉਹਨਾਂ ਨੇ ਜਿਹੜਾ ਵੱਡਾ ਮਸਲਾ ਇਹ ਚੁੱਕਿਆ ਵੀ ਜਿਹੜੇ ਦੁਸਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਦੇ ਪੁਤਲੇ ਸਾੜੇ ਗਏ ਆ ਉਹਦੇ ਤੇ ਉਹਨਾਂ ਨੇ ਬੜਾ ਇਤਰਾਜ਼ ਕੀਤਾ। ਇਹਨੂੰ ਲੈ ਕੇ ਹੀ ਜਿਹੜੇ ਤਰੁਣ ਚੁੱਗਿਆ ਉਹਨਾਂ ਨੇ ਰਾਜਪਾਲ ਨੂੰ ਪੱਤਰ ਵੀ ਲਿਖਿਆ ਜੀ ਵੀ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਆ ਉਹਨਾਂ ਦੇ ਖਿਲਾਫ ਪੁਲਿਸ ਕੇਸ ਦਰਜ ਕੀਤੇ ਜਾਣ। ਅੱਛਾ ਜੀ। ਕਿਉਂਕਿ ਉਹਨਾਂ ਨੂੰ ਇਹ ਆ ਵੀ ਜਿਹੜੀ ਸਾਡੀ ਪਰੰਪਰਾ ਆ, ਰਵਾਇਤ ਆ ਜਿਹੜੀ ਉਹ ਇਹ ਆ ਵੀ ਹਮੇਸ਼ਾ ਹੀ ਰਾਵਣ ਦੇ ਪੁਤਲੇ ਸਾੜੇ ਜਾਂਦੇ ਆ, ਜਦ ਕਿ ਉਹ ਇੱਕ ਬਦੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਇਸ ਕਰਕੇ। ਪਰ ਇਹਨਾਂ ਨੇ ਜਿਹੜਾ ਇਹ ਕੰਮ ਪੰਜਾਬ 'ਚ ਕੀਤਾ ਆ ਇਹ ਗਲਤ ਕੀਤਾ ਆ। ਸਾਡੇ ਜਿਹੜੇ ਭਾਜਪਾ ਦੇ ਸਿਖਰ ਦੇ ਲੀਡਰ ਆ ਜਿਹੜੇ ਪ੍ਰਧਾਨ ਮੰਤਰੀ ਦੇ, ਉਹਦੇ ਸਨਮਾਨ ਨੂੰ ਠੇਸ ਪਹੁੰਚਾਈ ਆ। ਇਹਦੇ ਖਿਲਾਫ ਜਿੰਨੀ ਸਖਤ ਕਾਰਵਾਈ ਹੋਣੀ ਚਾਹੀਦੀ ਆ। ਉਹਨਾਂ ਰਾਜਪਾਲ ਨੂੰ ਇਹ ਕਿਹਾ ਕਿ ਪੁਲਿਸ ਕੇਸ ਦਰਜ ਕੀਤੇ ਜਾਣ। ਹੋਰ ਇਹਨਾਂ ਨੇ ਵਿੱਚ ਕੋਈ ਮੀਟਿੰਗ ਦੀ ਗੱਲ ਨਹੀਂ ਨਿਕਲਣ ਦਿੱਤੀ ਫਿਲਹਾਲ। ਉਹ ਵੀ ਤਰਨ ਚੁੱਗ ਨੇ ਬਾਅਦ 'ਚ ਬਿਆਨ ਬਾਹਰ ਦਿੱਤਾ ਆ ਕੇ ਤਾਂ ਹੀ ਆ ਗੱਲ ਇੱਥੇ ਸੀ ਕਿ ਇਹ ਡਰਦੇ ਸੀ ਕਿਸਾਨਾਂ ਤੋਂ ਵੀ ਜੇ ਕਿਤੇ ਪਤਾ ਲੱਗ ਜਾਏ ਮੀਟਿੰਗ ਦੀ ਜਾਂ ਮੀਟਿੰਗ ਕਰਨ ਬਾਰੇ ਜਾਂ ਇਸ ਤੋਂ ਬਾਅਦ ਇਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕਰਨੀ ਹੁੰਦੀ ਤਾਂ ਵੀ ਜੇ ਪਤਾ ਲੱਗ ਜਾਂਦਾ ਤਾਂ ਫਿਰ ਕੁਦਰਤੀ ਆ ਵੀ ਕਿਸਾਨਾਂ ਨੇ ਉਹ ਜਿਹੜਾ ਵਿਰੋਧ ਕਰ ਰਹੇ ਆ। ਔਰ ਇਹਨਾਂ ਨੇ ਐਲਾਨ ਵੀ ਕੀਤਾ ਹੋਇਆ ਵੀ ਭਾਜਪਾ ਆਗੂਆਂ ਦਾ ਹਰ ਥਾਵਾਂ ਤੇ ਘਿਰਾਓ ਕਰਾਂਗੇ ਤੇ ਉਸ ਡਰਾਵੇ ਤੋਂ ਹੀ ਇਹਨਾਂ ਨੇ ਇਸ ਨੂੰ ਗੁਪਤ ਤਰੀਕੇ ਨਾਲ ਹੀ ਰੱਖਿਆ ਗਿਆ। ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕੋਈ ਮੀਟਿੰਗ ਬਾਰੇ ਨਹੀਂ ਦੱਸਿਆ ਗਿਆ। ਅਚਾਨਕ ਮੀਟਿੰਗ ਕਰਕੇ ਇੰਨੀ ਕੁ ਗੱਲ ਤਰਨ ਚੁੱਗ ਹੋਣਾ ਦਾ ਬਿਆਨ ਬਾਹਰ ਆਇਆ ਸੀਗਾ ਜੀ। ਅਸੀਂ ਪੰਜਾਬ ਦੇ ਵਿੱਚ ਜਾਂ ਭਾਰਤ ਦੀ ਜਦੋਂ ਗੱਲ ਕਰਦੇ ਹਾਂ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ। ਦੁਸ਼ਹਿਰਾ ਬਹੁਤ ਪ੍ਰਮੁੱਖ ਤਿਉਹਾਰਾਂ 'ਚੋਂ ਇੱਕ ਆ ਤੇ ਉੱਥੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਕਿ ਬਦੀ ਦੇ ਪ੍ਰਤੀਕ ਰਾਵਣ ਦੇ ਜਿਹੜੇ ਪੁਤਲੇ ਆ ਉਹ ਪ੍ਰਤੀਕਾਤਮਕ ਤੌਰ ਤੇ ਉਹਨੂੰ ਸਾੜਿਆ ਜਾਂਦਾ ਕਿ ਅਸੀਂ ਜਿਹੜੀ ਮਾੜੀ ਚੀਜ਼ ਆ ਉਹਦਾ ਵਿਰੋਧ ਕਰਦੇ ਹਾਂ। ਇਹ ਚਲੋ ਆਪਾਂ ਇਹਨੂੰ ਜਾਇਜ਼ ਤਾਂ ਨਹੀਂ ਠਹਿਰਾ ਸਕਦੇ ਕਿ ਇੱਕ ਦੇਸ਼ ਦੇ ਪ੍ਰਮੁੱਖ ਦੇ ਪੁਤਲੇ ਫੂਕੇ ਜਾਣ, ਪਰ ਉਹ ਲੋਕਾਂ ਅਸੀਂ ਆਮ ਤੌਰ ਤੇ ਦੇਖਦੇ ਵੀ ਹਾਂ ਕਿ ਦੁਸ਼ਹਿਰੇ ਤੋਂ ਬਿਨਾਂ ਵੀ ਅਸੀਂ ਕਈ ਵਾਰ ਚੌਂਕਾਂ ਦੇ ਵਿੱਚ, ਚੁਰਾਹਿਆਂ ਦੇ ਵਿੱਚ ਜਦੋਂ ਕਿਸੇ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਅਸੀਂ ਉਹਦੀ ਪੁਤਲੇ ਫੂਕਦੇ ਹਾਂ। ਕਈ ਵਾਰ ਆਪਾਂ ਬਲਾਤਕਾਰੀਆਂ ਦੇ ਫੂਕਦੇ ਹਾਂ, ਸਮੇਂ ਦੀਆਂ ਸਰਕਾਰਾਂ ਦਾ ਵੀ ਅਸੀਂ ਉਹ ਕਰਦੇ ਹਾਂ ਵਿਰੋਧ ਲਈ। ਤੇ ਇੰਨੇ ਵੱਡੇ ਪੱਧਰ ਤੇ ਵਿਰੋਧ ਹੋਣ ਲਈ ਸਰਕਾਰ ਕਿਤੇ ਨਾ ਕਿਤੇ ਜ਼ਿੰਮੇਵਾਰ ਤਾਂ ਹੈ। ਬਿਲਕੁਲ ਜੀ, ਇਹ ਗੁੱਸਾ ਹੀ ਦਰਸਾਉਂਦਾ ਹੈ ਜੀ, ਚਾਹੇ ਕਿਸਾਨਾਂ ਦਾ ਲੈ ਲਓ ਚਾਹੇ ਕਿਸੇ ਹਰ ਵਰਗ ਦਾ ਲੈ ਲਓ। ਪਰ ਇਹ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਬਈ ਦੁਸਹਿਰੇ ਵਾਲੇ ਦਿਨ ਭਾਰਤ ਦੇ ਪ੍ਰਮੁੱਖ
ਭਾਰਤ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਜਿਹੜੇ ਆ ਇੰਨੀ ਵੱਡੀ ਪੱਧਰ ਤੇ ਸਾੜੇ ਗਏ ਹਨ ਜੀ। ਲਗਭਗ ਹਰ ਪਿੰਡ, ਹਰ ਸ਼ਹਿਰ, ਹਰ ਕਸਬਿਆਂ ਦੇ ਵਿੱਚ ਇਹ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਦੇ ਪੁਤਲੇ ਸਾੜੇ ਆ। ਸਾਫ਼ ਗੱਲ ਇਹ ਸੀਗੀ ਵੀ ਇਹਨਾਂ ਦੇ ਵਿੱਚ ਜਿਹੜਾ ਮਨਾਂ ਦੇ ਵਿੱਚ ਗੁੱਸਾ ਸੀਗਾ ਉਹ ਇਹਨਾਂ ਨੇ ਇੱਕ ਤਿਉਹਾਰ ਦੇ ਰੂਪ ਵਿੱਚ ਬਾਹਰ ਕੱਢਿਆ ਵੀ ਅਸੀਂ ਤਿਉਹਾਰ ਦੇ ਰੂਪ 'ਚ ਇਹ ਇੱਕ ਆਪਣਾ ਪ੍ਰਤੀਕਰਮ ਦੇਵਾਂਗੇ ਵੀ ਇਹ ਦੇਖ ਲਓ ਵੀ ਤੁਹਾਡੇ ਪ੍ਰਤੀ ਸਾਡਾ ਗੁੱਸਾ ਕਿੰਨਾ ਆ ਜੀ। ਉਸ ਨੂੰ ਇਹਨਾਂ ਨੇ ਦਰਸਾਉਣ ਲਈ 1100-1200 ਜੇ ਪਿੰਡਾਂ ਦੀ ਗੱਲ ਗਿਣਤੀ ਕਰੀਏ ਤਾਂ ਇੰਨੀ ਕੁ ਬਣਦੀ ਆ, ਕਸਬੇ ਵੀ ਆ, ਸ਼ਹਿਰਾਂ 'ਚ ਆ, ਪਰ ਇੱਦਾਂ ਦੇ ਹਾਲਾਤ ਪਹਿਲਾਂ ਕਦੀ ਨਹੀਂ ਬਣੇ। ਜੇ ਆਪਾਂ ਦੂਜੇ ਪਾਸੇ ਇਹਨੂੰ ਇੱਕ ਤਰ੍ਹਾਂ ਹੋਰ ਵੀ ਲੈ ਸਕਦੇ ਹਾਂ ਵੀ ਕਿਸਾਨੀ ਅੰਦੋਲਨ ਜਾਂ ਕਿਸਾਨਾਂ ਦੇ ਬਾਰੇ ਜਿਹੜਾ ਖੇਤੀ ਕਾਨੂੰਨ ਬਣਾਏ ਆ ਉਹਦੇ ਖਿਲਾਫ ਪੰਜਾਬ ਪੂਰੇ ਦਾ ਪੂਰਾ ਇਕਜੁੱਟ ਦਿਸਿਆ ਜੀ। ਦੁਸਹਿਰੇ ਵਾਲੇ ਦਿਨ ਪਹਿਲਾਂ ਵੀ ਰਿਹਾ, ਹੁਣ ਵੀ ਅੱਗੋਂ ਵੀ ਲੱਗਦਾ ਵੀ ਇਦਾਂ ਹੀ ਰਹੇਗਾ, ਪਰ ਉਸ ਦਿਨ ਇਹਨਾਂ ਨੇ ਪੂਰੀ ਜਿਹੜਾ ਇਕਜੁੱਟਤਾ ਦਿਖਾਲੀ ਆ। ਉਹ ਇਹ ਆਪਣਾ ਜਿੰਨਾ ਗੁੱਸਾ ਹੋ ਸਕਦਾ ਸੀਗਾ, ਕਿਉਂਕਿ ਪੁਤਲਾ ਸਾੜਨਾ ਸੌਖਾ ਕੰਮ ਨਹੀਂ ਹੁੰਦਾ। ਉਹਦੇ ਵਿੱਚ ਆਪਾਂ ਕਈ ਵਾਰੀ ਦੇਖਿਆ ਅੱਗ ਲਾਉਂਦੇ ਲਾਉਂਦੇ ਕਈ ਵਾਰੀ ਆਪਣੇ ਆਪ ਨੂੰ ਵੀ ਪੈ ਜਾਂਦੀ ਹੁੰਦੀ ਆ, ਪਰ ਉਹਦਾ ਜਦੋਂ ਗੁੱਸਾ ਜ਼ਾਹਰ ਕਰਦੇ ਆ ਪਰ ਉਹ ਇਸ ਤਰੀਕੇ ਨਾਲ ਸ਼ੋਅ ਹੁੰਦਾ ਵੀ ਇਸ ਬੰਦੇ ਦੇ ਵਿੱਚ ਕਿੰਨਾ ਗੁੱਸਾ ਹੋਊਗਾ। ਜਿਹੜਾ ਇਹਨਾਂ ਨੇ ਮੁਖੀ, ਜਿਹੜਾ ਦੇਸ਼ ਦਾ ਮੁਖੀ ਆ, ਉਹਨੂੰ ਹੀ ਇਹਨਾਂ ਨੇ ਨਿਸ਼ਾਨਾ ਬਣਾ ਦਿੱਤਾ ਇਸ ਤਰੀਕੇ ਨਾਲ ਲਿਆ ਕੇ ਉਹਨਾਂ ਦੇ ਪੁਤਲੇ ਬਣਾ ਕੇ ਇਹਨਾਂ ਦੇ ਗਲਾਂ ਦੇ ਵਿੱਚ ਜੋ ਕੁਝ ਵੀ ਕਰਦੇ, ਜਿਵੇਂ ਤੁਸੀਂ ਦੱਸਿਆ ਪ੍ਰਤੀਕਾਤਮਕ ਕਰਕੇ ਕਰਦੇ ਆ। ਤੇ ਇਹ ਗੱਲ ਤਰਨ ਚੁੱਗ ਨੇ ਵੀ ਕਹੀ ਆ ਵੀ ਜਿਹੜੇ ਵੱਖ-ਵੱਖ ਮੁਲਕਾਂ 'ਚ ਵਸੇ ਆ ਭਾਰਤ ਵਾਸੀ ਜਿਹੜੇ, ਉਹਨਾਂ ਦੇ ਮਨਾਂ ਨੂੰ ਇਸ ਗੱਲ ਨੂੰ ਲੈ ਕੇ ਕਾਫੀ ਠੇਸ ਪਹੁੰਚੀ ਆ ਜੀ। ਪਰ ਇਹ ਹੋਣਾ ਤਾਂ ਨਹੀਂ ਚਾਹੀਦਾ ਸੀ। ਆਪਾਂ ਇਹਨੂੰ ਕਿਸੇ ਤਰੀਕੇ ਨਾਲ ਜਾਇਜ਼ ਠਹਿਰਾ ਵੀ ਨਹੀਂ ਸਕਦੇ ਆ, ਪਰ ਜੇ ਹੁਣ ਕਿਸਾਨਾਂ ਦਾ ਗੁੱਸਾ ਆ, ਕਿਸਾਨਾਂ ਦੇ ਮਨ ਦੀ ਗੱਲ ਆ, ਉਹਨਾਂ ਦੇ ਨਾਲ ਹਰ ਵਰਗ ਜੁੜਿਆ ਹੋਇਆ। ਹੁਣ ਜੇ ਆਪਾਂ ਇਕੱਲਾ ਕਿਸਾਨਾਂ ਦੇ ਕਰੀਏ ਤਾਂ ਜਿਹੜੇ ਸ਼ਹਿਰੀ ਵਰਗ ਸ਼ਾਮਲ ਹੋਏ ਆ ਉਹ ਤਾਂ ਕਿਸਾਨ ਹੈ ਨਹੀਂ ਸੀ, ਉਹਨਾਂ ਨੇ ਵੀ ਪੁਤਲੇ ਇਹੀ ਬਣਾ ਕੇ ਸਾੜੇ ਆ। ਤੇ ਆਪਾਂ ਕਿਹਨੂੰ ਆਪਾਂ ਇਹਦੇ 'ਚ ਦੋਸ਼ੀ ਠਹਿਰਾਵਾਂਗੇ ਵੀ ਇਹ ਗਲਤ ਹੈ ਜਾਂ ਇਹ ਸਹੀ ਆ। ਤੇ ਜਦੋਂ ਅਸੀਂ ਗੱਲ ਕਰਦੇ ਸੀ ਅੱਗ ਲਾ ਕੇ ਕਿਸੇ ਚੀਜ਼ ਨੂੰ ਸਾੜਨ ਦੀ, ਤੇ ਅਸੀਂ ਪਿਛਲੇ ਕਾਫੀ ਸਮੇਂ ਤੋਂ ਸੁਣਦੇ ਆ ਰਹੇ ਹਾਂ, ਦੇਖਦੇ ਆ ਰਹੇ ਹਾਂ, ਸਾਡੀਆਂ ਸਰਕਾਰਾਂ ਤੇ ਅਦਾਲਤਾਂ ਨੇ ਵੀ ਇਸ ਚੀਜ਼ ਲਈ ਨੋਟਿਸ ਲਿਆ ਸੀ ਕਿ ਜਿਹੜਾ ਪ੍ਰਦੂਸ਼ਣ ਆ ਹਵਾ ਦਾ ਉਹ ਬੜਾ ਵੱਧ ਰਿਹਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹਨੂੰ ਆਪਾਂ NGT ਕਹਿੰਦੇ ਹਾਂ, ਉਹਨੇ ਵੀ ਇਹਦੇ ਲਈ ਵੱਖਰੇ ਸਮੇਂ ਤੇ ਨੋਟਿਸ ਲਿਆ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਜ਼ਿਕਰ ਵੀ ਕੀਤਾ ਸੀ ਕਿ ਸੁਪਰੀਮ ਕੋਰਟ ਨੇ ਸ਼ਾਇਦ ਇੱਕ ਜੱਜ ਦੀ ਨਿਗਰਾਨੀ 'ਚ ਇੱਕ ਕਮੇਟੀ ਬਣਾਈ ਸੀ ਤੇ ਕੇਂਦਰ ਸਰਕਾਰ ਨੂੰ ਉਹਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ। ਤੇ ਹੁਣ ਉਹਦੇ ਲਈ ਕੇਂਦਰ ਸਰਕਾਰ ਨੇ ਕੀ ਕਿਹਾ ਜੀ? ਦੇਖੋ ਜੀ, ਗੱਲ ਫਿਰ ਉੱਥੇ ਆ ਜਾਂਦੀ ਹੈ ਵੀ ਜੇ ਅਦਾਲਤਾਂ ਨਾ ਹੋਣ ਤਾਂ ਸਰਕਾਰਾਂ ਕੰਮ ਕਿਵੇਂ ਕਰਨ ਜੀ। ਵੀ ਜੇ ਅਦਾਲਤ ਸਖਤੀ ਦਿਖਾਲਦਾ ਹੈ ਤਾਂ ਫੇਰ ਹੀ ਸਰਕਾਰ ਕੋਈ ਕਦਮ ਚੱਕਦੀ ਆ। ਚਾਹੀਦਾ ਤਾਂ ਸਰਕਾਰ ਨੂੰ ਆਪਣੇ ਆਪ ਕੰਮ ਤਾਂ ਦੇਸ਼ ਤਾਂ ਸਰਕਾਰ ਨੇ ਚਲਾਉਣਾ ਨਾ, ਪ੍ਰਸ਼ਾਸਨ ਵੀ ਸਰਕਾਰ ਨੇ ਚਲਾਉਣਾ। ਸੁਪਰੀਮ ਕੋਰਟ ਦਾ ਕੰਮ ਤਾਂ ਉਹ ਅਦਾਲਤੀ ਕੰਮ ਹੈ ਉਹਨਾਂ ਦਾ। ਹੁਣ ਜਦੋਂ ਉਹ ਘੁਰਕੀ ਵੱਟਦੀ ਆ, ਕਦੇ ਜਦੋਂ ਉਹ ਮਾੜਾ ਜਿਹਾ ਅੱਖਾਂ ਦਿਖਾਲਦੀ ਆ, ਫੇਰ ਹੀ ਇਹਨਾਂ ਨੂੰ ਜਾਗ ਆਉਂਦੀ ਹੈ ਵੀ ਅਸੀਂ ਕੁਝ ਕਰੀਏ। ਹੁਣ ਜਦੋਂ ਸਾਰੇ ਹੀ ਚਾਰੇ ਪਾਸਿਓਂ ਨਹੀਂ ਕੋਈ ਗੱਲ ਬਣਦੀ ਸੀਗੀ, NGT ਵੀ ਬਹੁਤ ਸਖਤ ਹੋ ਚੁੱਕਾ ਸੀਗਾ, ਜਿਹੜੇ ਹੋਰ ਅਥਾਰਟੀ ਆ ਜਿਹੜੀ ਹਵਾ ਬਾਰੇ ਉਹ ਵੀ ਸਖਤ ਹੋ ਚੁੱਕੀ ਸੀ। ਫਿਰ ਸੁਪਰੀਮ ਕੋਰਟ ਨੇ ਦੇਖਿਆ ਵੀ ਹੁਣ ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ, ਵੀ ਮੈਂ ਹੀ ਇੱਕ ਮੈਂਬਰੀ ਕਮੇਟੀ ਬਣਾ ਕੇ ਤੇ ਨਿਗਰਾਨੀ ਤਾਂ ਕਰਨ ਲਈ ਲਾਵਾਂ। ਸੋ ਉਹਨਾਂ ਨੇ ਪਿਛਲੀ ਸੁਣਵਾਈ ਵੇਲੇ ਕੀਤਾ ਸੀ, ਸੇਵਾ ਮੁਕਤ ਜਸਟਿਸ ਲੋਕੁਰ ਦੀ ਅਗਵਾਈ 'ਚ ਇੱਕ ਮੈਂਬਰੀ ਕਮੇਟੀ ਬਣਾਈ ਸੀ ਵੀ ਜਿੱਥੇ ਜਿੱਥੇ ਪਰਾਲੀ ਸਾੜਨ ਦਾ ਜਿਹੜਾ ਰੌਲਾ ਪੈ ਰਿਹਾ ਵੀ ਉਹਦੀ ਨਿਗਰਾਨੀ ਕਰੇਗੀ ਇਹ। ਪਰ ਹੁਣ ਉਹਦੇ ਵਿੱਚ ਕੇਂਦਰ ਸਰਕਾਰ ਵੀ ਜਾਗ ਪਈ ਆ। ਇਹਨਾਂ ਨੇ ਹੁਣ ਜਾ ਕੇ ਉੱਥੇ ਸੁਪਰੀਮ ਕੋਰਟ 'ਚ ਕਿਹਾ ਵੀ ਅਸੀਂ 2-4 ਦਿਨਾਂ ਦੇ ਵਿੱਚ ਹੀ ਜਿਹੜਾ ਕਾਨੂੰਨ ਦਾ ਖਰੜਾ ਇੱਕ ਲਿਆ ਰਹੇ ਹਾਂ, ਇਹਦੇ ਲਈ ਸਖਤ ਰੁਖ ਅਪਣਾ ਕੇ ਜਿਹੜਾ ਪ੍ਰਦੂਸ਼ਣ ਵੱਧ ਰਿਹਾ ਇਹਨੂੰ ਕਾਬੂ ਕਰਨ ਲਈ ਅਸੀਂ ਇੱਕ ਕਾਨੂੰਨ ਬਣਾਉਣ ਜਾ ਰਹੇ ਹਾਂ। ਵੀ ਅਦਾਲਤ ਦੇ ਅੱਖਾਂ ਦਿਖਾਉਣ ਤੇ ਹੀ ਸਰਕਾਰ ਜਾਗਦੀ ਆ। ਇਹ ਆਪਾਂ ਪਹਿਲਾਂ ਤੋਂ ਹੀ ਦੇਖਦੇ ਆਏ ਆ, ਅੱਗੇ ਵੀ ਹੁਣ ਵੀ ਹੋ ਰਿਹਾ, ਆਉਣ ਵਾਲੇ ਸਮੇਂ 'ਚ ਵੀ ਦੇਖਿਆ ਜਾਊਗਾ ਤਾਂ ਹੋਊਗਾ। ਪਰ ਮੈਂ ਇੱਕ ਗੱਲ ਹੋਰ ਕਹਿ ਦੇਵਾਂ, ਕੱਲਾ ਪਰਾਲੀ ਸਾੜਨ ਨੂੰ ਹੀ ਆਪਾਂ ਜੇ ਦਿੱਲੀ ਦੇ ਪ੍ਰਦੂਸ਼ਣ ਨੂੰ ਦੋਸ਼ੀ ਮੰਨਿਆ ਜਾਣਾ ਉਹ ਸਹੀ ਨਹੀਂ ਹੈਗਾ ਆ। ਕਿਉਂਕਿ ਇੱਕ ਰਿਪੋਰਟ ਆਈ ਆ ਦੁਸਹਿਰੇ ਵਾਲੇ ਦਿਨ, ਚਾਹੇ ਇੱਥੇ ਜਿੱਦਾਂ ਦੇ ਮਰਜ਼ੀ ਪੁਤਲੇ ਸਾੜੇ ਗਏ ਹੁਣ, ਫਿਰ ਵੀ ਪੰਜਾਬ ਦੀ ਜਿਹੜੀ ਹਵਾ ਆ ਉਹ ਦਿੱਲੀ ਨਾਲੋਂ ਬਹੁਤ ਬਿਹਤਰ ਸੀਗੀ। ਤੇ ਕੀ ਗੱਲ ਪੰਜਾਬ 'ਚ ਦੁਸਹਿਰਾ ਨਹੀਂ ਮਨਾਉਂਦੇ? ਤੇ ਦਿੱਲੀ ਦੀ ਜਿਹੜੀ ਹਵਾ ਆ ਉਹ ਦੁਸਹਿਰੇ ਵਾਲੇ ਦਿਨ ਹੋਰ ਵੀ ਇੰਨੀ ਘਟੀਆ ਪੱਧਰ ਤੇ ਪਹੁੰਚ ਗਈ ਸੀ ਵੀ ਸਾਹ ਲੈਣਾ ਵੀ ਔਖਾ ਹੋ ਗਿਆ ਸੀਗਾ। ਉਹਦੇ ਵਿੱਚ ਵੀ ਉਹਨਾਂ ਨੇ ਰਿਪੋਰਟ ਇਹ ਦੱਸੀ ਆ ਵੀ ਕੇਵਲ ਪਰਾਲੀ ਦਾ ਇਹ ਰੌਲਾ ਪਾਉਂਦੇ ਆ, ਜਦ ਕਿ 80% ਜਿਹੜਾ ਉੱਥੇ ਧੂਆਂ ਜਾਂ ਹੋਰ ਪ੍ਰਦੂਸ਼ਣ ਹੈ ਹਵਾ ਦਾ ਉਹ ਉੱਥੋਂ ਦੇ ਸਥਾਨਕ ਮਸਲਿਆਂ ਦਾ ਹੈ। ਉੱਥੇ ਇੱਕ ਬਹੁਤ ਵੱਡਾ એનર્ਜੀ ਪਲਾਂਟ ਲੱਗਾ ਹੋਇਆ ਹੈ ਜਿਹੜਾ ਕਿ ਇੰਨੀ ਕੁ ਐਮਿਸ਼ਨ ਛੱਡਦਾ ਨਾ ਉਹ ਕਾਰਬਨ ਦੀ, ਉਹ ਸਭ ਤੋਂ ਖਤਰਨਾਕ ਆ ਔਰ ਉਹਦੇ ਨਾਲ ਹੀ ਸਭ ਤੋਂ ਵੱਧ ਫੈਲਦਾ ਆ। ਪਰ ਇਹਨਾਂ ਦੇ ਕੋਲ ਸੈਂਟਰ ਦਿੱਲੀ ਸਰਕਾਰ ਵਾਲਿਆਂ ਕੋਲ ਇੱਕੋ ਹੀ ਨੁਕਾਤੀ ਫੜਿਆ ਹੋਇਆ ਵੀ ਦੇਖੋ ਜੀ, ਪੰਜਾਬ ਦੇ ਵਿੱਚ ਪਰਾਲੀ ਸਾੜੀ ਜਾਂਦੀ ਹੈ ਤਾਂ ਦਿੱਲੀ 'ਚ ਧੂਆਂ ਆ ਜਾਂਦਾ। ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਦਿੱਲੀ 'ਚ ਧੂਆਂ ਟੱਪ ਕੇ ਕਿਵੇਂ ਚੱਲ ਜਾਂਦਾ, ਹਰਿਆਣਾ ਕਿਉਂ ਨਹੀਂ ਇਹ ਪ੍ਰਦੂਸ਼ਿਤ ਹੁੰਦਾ, ਹਿਮਾਚਲ ਇੱਧਰਲੇ ਪਾਸੇ ਕਿਉਂ ਨਹੀਂ ਪ੍ਰਦੂਸ਼ਿਤ ਹੁੰਦਾ। ਤੇ ਉਹ ਦੱਸੀ ਸੀ ਇੱਕ ਵਾਰੀ ਗੱਲ ਪਰ ਨਾਸਾ ਨੇ ਇੰਦੌਰ ਪ੍ਰਦੂਸ਼ਿਤ ਕਰਤਾ ਸੀਗਾ ਤੇ ਆਖਿਰ ਇੰਦੌਰ 'ਚ ਚੱਲ ਗਿਆ ਜੀ ਪੰਜਾਬ ਦਾ ਧੂਆਂ। ਸੋ ਇਹ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਜਾ ਰਿਹਾ ਵੀ ਪਰਾਲੀ ਸਾੜੀ ਜਾ ਰਹੀ ਆ। ਠੀਕ ਹੈ, ਪਰਾਲੀ ਸਾੜਨੀ ਨਹੀਂ ਚਾਹੀਦੀ ਆ, ਵਾਤਾਵਰਨ ਨੂੰ ਗੰਧਲਾ ਕਰਦੀ ਆ, ਸਾਡੇ ਜਿਹੜੇ ਮਿੱਤਰ ਕੀੜੇ ਆ
ਖੇਤਾਂ ਦੇ ਵਿੱਚ ਆ, ਜਿਹੜੇ ਸਾਡੇ ਹੋਰ ਆਉਣ ਵਾਲੀ ਫਸਲ ਲਈ ਉਪਜਾਊ ਸਾਬਤ ਹੁੰਦੇ ਆ, ਉਹ ਮਰ ਜਾਂਦੇ ਆ। ਤੇ ਉਹ ਸਾੜਨਾ ਨਹੀਂ ਚਾਹੀਦਾ। ਪਰ ਉਹਦੇ ਲਈ ਵੀ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਆ ਕਿ ਜੇ ਕਿਸਾਨਾਂ ਨੂੰ ਉਹਦੇ ਮਿਲੇ ਬਾਰੇ ਕੋਈ ਸਬਸਿਡੀ ਮਿਲੇ ਜਾਂ ਉਹਦੇ ਬਾਰੇ ਕੁਝ ਪੈਸਾ ਮਿਲੇ, ਖਰਚ ਮਿਲੇ, ਤਾਂ ਹੋ ਸਕਦਾ ਉਹ ਕਾਫੀ ਹੱਦ ਤੱਕ ਘਟਾ ਦੇਣ। ਔਰ ਘਟਾਇਆ ਵੀ ਆ। ਆਪੇ ਬਹੁਤ ਥਾਵਾਂ ਤੇ ਸੁਣਦੇ ਵੀ ਆਏ ਆ ਕਿ ਕਈਆਂ ਨੇ 100 ਏਕੜ ਜ਼ਮੀਨ ਦੇ ਵਿੱਚ ਝੋਨਾ ਬੀਜਿਆ, ਬਿਨਾਂ ਪਰਾਲੀ ਸਾੜਿਆਂ ਤੋਂ ਉਹਨਾਂ ਨੇ ਦੇਖੋ ਜੀ ਆਪਣੇ ਝੋਨੇ ਦੀ ਪੂਰੀ ਕਰ ਲਈ, ਜਿਹੜੀ ਉਹ ਗਹਾਈ ਕਰ ਲਈ ਆ। ਕਈਆਂ ਥਾਵਾਂ ਤੇ 200 ਏਕੜ ਵਾਲੇ ਆ, 250 ਏਕੜ ਵਾਲੇ ਆ। ਬਹੁਤ ਵੱਡੇ ਵੱਡੇ ਕਿਸਾਨ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੇ ਬਿਨਾਂ ਪਰਾਲੀ ਸਾੜਨ ਤੋਂ ਆਪਣਾ ਜਿਹੜਾ ਪਰਾਲੀ ਦਾ ਕੰਮ ਨਜਿੱਠਿਆ ਆ। ਪਰ ਜੇ ਆਪਾਂ ਬਾਰ-ਬਾਰ ਕਹੀਏ ਵੀ ਦਿੱਲੀ ਵਾਲਿਆਂ ਨੂੰ ਇਹੀ ਮੁਸ਼ਕਲ ਆ ਰਹੀ ਆ ਵੀ ਨਹੀਂ ਜੀ ਪੰਜਾਬ 'ਚ ਸੜ ਰਹੀ ਪਰਾਲੀ ਤਾਂ ਹੀ ਸਾਡਾ ਕੰਮ ਖਰਾਬ ਹੈ, ਪਰ ਜਿਹੜੀ ਉਹਨਾਂ ਦੀ ਰਿਪੋਰਟ ਆਈ ਆ ਉਹ ਇੱਕ ਵਾਰੀ ਰਿਪੋਰਟ ਵਾਚ ਲੈਣ। ਉੱਥੇ PM5 ਤੇ PM10 ਜਿਹੜਾ ਉਹਨਾਂ ਦਾ ਉਹ ਉਹਨਾਂ ਦੇ ਸਥਾਨਕ ਜਿਹੜੇ ਧੂਏ ਕਰਕੇ ਹੀ ਵੱਧ ਰਿਹਾ ਆ, ਨਾ ਕਿ ਕਿਸੇ ਹੋਰ ਸਟੇਟ ਦੇ ਉੱਤੋਂ ਆ ਕੇ ਵੱਧ ਰਿਹਾ ਜੀ। ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਕਾਨੂੰਨ ਇੱਥੇ ਬਣਦੇ ਤੇ ਬਹੁਤ ਨੇ ਪਰ ਉਹ ਲਾਗੂ ਨਹੀਂ ਹੁੰਦੇ। ਇਹ ਆਉਣ ਵਾਲਾ ਸਮਾਂ ਦੱਸੂ ਨਾ, ਹਜੇ ਤੱਕ ਕਾਨੂੰਨ ਦਾ ਖਰੜਾ ਹੀ ਦਿੱਤਾ ਹੈ। ਹਾਲੇ ਤੱਕ ਖਰੜਾ ਹੀ ਦਿੱਤਾ ਜੀ, ਬਿਲਕੁਲ ਸਹੀ ਗੱਲ ਹੈ। ਸਮਾਂ ਟਪਾਉਣ ਲਈ ਇਹ ਜਿਹੜਾ ਤਰੀਕਾ ਹੈ, ਹਾਂਜੀ, ਗੱਲ ਤਾਂ ਇਹਨਾਂ ਦੇ ਇਹ ਕਰਦੇ ਹੁੰਦੇ ਨੇ ਵੀ ਹੁਣ ਸਮਾਂ ਟਪਾ ਦਈਏ। ਜੇ ਹੁਣ ਉਹ ਜੇ ਨਿਗਰਾਨੀ ਰੱਖਦੀ ਸੁਪਰੀਮ ਕੋਰਟ ਜਸਟਿਸ ਨੇ, ਤੇ ਉਹਨੇ ਫਿਰ ਨਿਰਪੱਖ ਜਾਂਚ ਕਰਕੇ ਦੇਖਣਾ ਸੀ ਵੀ ਇਹ ਵਾਕਈ ਪੰਜਾਬ ਤੋਂ ਆ ਰਿਹਾ ਜਾਂ ਹਰਿਆਣਾ ਤੋਂ ਆ ਰਿਹਾ। ਸਾਰੇ ਪਹਿਲੂ ਵਿਚਾਰਨੇ ਸੀ ਉਹਨੇ, ਕਿਉਂਕਿ 3 ਸਟੇਟ NCR ਦੇ ਵਿੱਚ ਆ ਜਾਂਦੇ ਆ, ਪੰਜਾਬ, ਹਰਿਆਣਾ, ਦਿੱਲੀ। ਇਹ ਜ਼ਿਆਦਾ ਪ੍ਰਭਾਵਿਤ ਹੁੰਦੇ ਆ। ਔਰ ਦਿੱਲੀ ਵਾਲਿਆਂ ਦਾ ਵੀ, ਉਹਨਾਂ ਦਾ ਜਿਹੜਾ ਗ੍ਰੀਨ ਟ੍ਰਿਬਿਊਨਲ ਦਾ ਵੀ ਇਹੀ ਸੀ ਮਸਲਾ ਵੀ ਅਸੀਂ ਦਿੱਲੀ ਵਾਸੀਆਂ ਨੂੰ ਸਵੱਛ ਤੇ ਸਾਫ਼ ਹਵਾ ਦੇਣੀ ਆ ਤਾਂ ਕਿ ਬਿਮਾਰੀਆਂ ਤੋਂ ਬਚ ਸਕਣ। ਪਰ ਮੈਂ ਕੱਲ੍ਹ ਹੀ ਸੁਣ ਰਿਹਾ ਸੀ ਵੀ ਉੱਥੇ ਜਿਹੜੇ ਬੰਦੇ ਆਮ ਸਵੇਰੇ ਜੋਗਿੰਗ ਲਈ ਵੀ ਜਾਂਦੇ ਆ ਨਾ, ਉਹ ਵੀ ਪੂਰੀ ਤਰ੍ਹਾਂ ਮੂੰਹ ਢੱਕ ਕੇ ਜਾਂਦੇ। ਖੈਰ ਹੁਣ ਕਰੋਨਾ ਕਾਲ ਦੇ ਵਿੱਚ ਤਾਂ ਵੈਸੇ ਮਾਸਕ ਪਾਇਆ ਹੁੰਦਾ, ਪਰ ਉਹਨਾਂ ਦਾ ਕਹਿਣਾ ਸੀਗਾ ਵੀ ਇਸ ਵੇਲੇ ਜਿਹੜਾ ਦੁਸਹਿਰੇ ਤੋਂ ਬਾਅਦ ਹੋਈ ਨਾ ਜਿਹੜੀ ਹਵਾ, ਉਹ ਇੰਨੀ ਕੁ ਔਖੀ ਹੋ ਗਈ ਆ ਵੀ ਬਾਹਰ ਜੋਗਿੰਗ ਵੇਲੇ ਵੀ ਸਾਹ ਲੈਣਾ ਔਖਾ ਹੋਇਆ ਪਿਆ। ਅਸੀਂ ਆਮ ਜੀਵਨ 'ਚ ਜਦੋਂ ਗੱਲ ਕਰਦੇ ਹਾਂ ਕਿ ਸਾਫ਼ ਹਵਾ, ਸਾਫ਼ ਪਾਣੀ ਤੇ ਸਾਫ਼ ਭੋਜਨ ਸਾਡੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਆ, ਉਹਨੂੰ ਗੰਦਾ ਕਰਨ ਤੋਂ ਪਹਿਲਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਵੀ, ਭੋਜਨ ਨੂੰ ਵੀ ਤੇ ਹਵਾ ਨੂੰ ਵੀ ਤੇ ਸਾਡੇ ਪਾਣੀ ਨੂੰ ਵੀ, ਅਸੀਂ ਕੋਈ ਕਸਰ ਨਹੀਂ ਛੱਡਦੇ। ਬਿਲਕੁਲ ਜੀ, ਬਿਲਕੁਲ। ਚਾਹੇ ਉਹ ਪਰਾਲੀ ਹੋਵੇ, ਚਾਹੇ ਉਹ ਪਟਾਕੇ ਹੋਣ, ਚਾਹੇ ਉਹ ਸਾਡੀਆਂ ਗੱਡੀਆਂ ਹੋਣ, ਚਾਹੇ ਸਾਡਾ ਦਰਿਆ ਹੋਣ। ਤੇ ਨਹੀਂ, ਦਰਿਆ ਤੇ ਅਸੀਂ ਕਰਦੇ ਹਾਂ, ਕਰਨੇ ਅਸੀਂ ਗੱਡੀਆਂ ਦੇ ਧੂਏ ਨਾਲ, ਜਾਂ ਇੰਡਸਟਰੀ ਹੋਵੇ ਸਾਡੀ ਜਿਹੜੇ ਕੋਈ ਇਹਨਾਂ ਨੋਰਮਸ ਦਾ ਧਿਆਨ ਨਹੀਂ ਰੱਖਦੇ। ਬਿਲਕੁਲ। ਇਹਦੇ ਵਿੱਚ ਹੋਰ ਦੱਸ ਦੇਵਾਂ ਤੁਹਾਨੂੰ, ਉਹਨਾਂ ਨੇ 1000 ਬੱਸਾਂ ਲਈਆਂ ਇਸ ਵੇਲੇ, 1500 ਇਲੈਕਟ੍ਰਿਕ ਬੱਸਾਂ, ਜਦ ਕਿ ਉਹਨਾਂ ਨੇ 3000 ਬੱਸਾਂ ਲੈਣ ਦਾ ਟੀਚਾ ਰੱਖਿਆ ਸੀ। ਜੇ ਪਬਲਿਕ ਟਰਾਂਸਪੋਰਟ ਸਭ ਤੋਂ ਵੱਧ ਹੋਵੇ ਤਾਂ ਲੋਕ ਆਪਣੀਆਂ ਗੱਡੀਆਂ ਕੱਢਣ ਹੀ ਨਾ। ਬਿਲਕੁਲ, ਇਹੀ ਗੱਲ ਤੇ ਆਪਾਂ ਗੱਲ ਕਰਦੇ ਹਾਂ। ਹੋਰ ਵੀ ਕੁਝ ਗੱਲਾਂ ਬਾਕੀ ਨੇ, ਪਰ ਸਮਾਂ ਜਿਹੜਾ ਆ ਹੁਣ ਇੱਕ ਬ੍ਰੇਕ ਦਾ ਹੋ ਗਿਆ। ਮਿਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ। ਸਵਾਗਤ ਹੈ ਜੀ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰਦੇ ਸੀ ਪ੍ਰਦੂਸ਼ਣ ਦੇ ਉੱਤੇ। ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਕਾਨੂੰਨ ਬਣਾਵਾਂਗੇ ਜੀ। ਕਾਨੂੰਨ ਤੇ ਬਣਾ ਦੇਣਗੇ ਤੇ ਉਹ ਕਾਨੂੰਨ ਅੱਗੇ ਬੜੇ ਬਣੇ ਹੋਏ ਨੇ, ਢੇਰਾਂ ਦੇ ਢੇਰ ਕਾਨੂੰਨ ਬਣੇ ਹੋਏ ਨੇ ਤੇ ਉੱਥੇ ਉਹਦੇ ਲਈ ਜਦੋਂ ਕੋਈ ਕਾਨੂੰਨ ਦਾ ਭੰਗ ਹੋਏਗਾ ਤੇ ਫਿਰ ਕੋਰਟ 'ਚ ਪਹੁੰਚ ਜਾਵਾਂਗੇ। ਪਰ ਅਸੀਂ ਉਹਦੇ ਲਈ ਕਰ ਕੀ ਰਹੇ ਹਾਂ? ਬਿਲਕੁਲ ਠੀਕ ਹੈ। ਮੈਂ ਇਹਦੇ ਵਿੱਚ ਗੱਲ ਚੱਲਦੀ ਪਈ ਸੀ ਆਪਣੀ ਵੀ ਦਿੱਲੀ ਦੇ ਵਿੱਚ ਜਿਹੜੀ ਇਲੈਕਟ੍ਰਿਕ ਬੱਸਾਂ ਦੀ ਗੱਲ ਸੈਂਟਰ ਸਰਕਾਰ ਨੇ ਕੀਤੀ ਸੀ, ਔਰ ਉਹਨਾਂ ਦਾ ਜਿਹੜੇ ਟਰਾਂਸਪੋਰਟ ਮੰਤਰੀ ਆ ਉਹਨਾਂ ਨੇ ਵੀ ਕਿਹਾ ਸੀ ਵੀ 1500 ਤਾਂ ਅਸੀਂ ਮੰਗਾ ਲਈਆਂ, ਬਾਕੀ ਮੰਗਾ ਰਹੇ ਆ। ਇਹਦੇ ਨਾਲ ਇੱਕ ਗੱਲ ਮੈਂ ਹੋਰ ਜੋੜਨੀ ਚਾਹੁੰਦਾ ਆ ਵੀ ਆਮ ਆਪਾਂ ਵਿਦੇਸ਼ਾਂ 'ਚ ਦੇਖਦੇ ਆ ਵੀ ਉੱਥੇ ਜਿਹੜੀ ਪਬਲਿਕ ਟਰਾਂਸਪੋਰਟ ਬਹੁਤ ਮਜ਼ਬੂਤ ਆ ਜੀ। ਇਹੀ ਕਾਰਨ ਆ ਵੀ ਉੱਥੇ ਲੋਕ ਆਪਣੀਆਂ ਨਿੱਜੀ ਗੱਡੀਆਂ ਕੱਢਣ ਤੋਂ ਗੁਰੇਜ਼ ਕਰਦੇ ਆ, ਕਿਉਂਕਿ ਉਹਨਾਂ ਨੂੰ ਹਰ ਕਿਲੋਮੀਟਰ ਤੇ ਪਬਲਿਕ ਟਰਾਂਸਪੋਰਟ ਮਿਲ ਜਾਣੀ ਆ। ਬਿਲਕੁਲ, ਚਾਹੇ ਉਹ ਟਰਾਮ ਆ, ਚਾਹੇ ਉਹ ਬੱਸਾਂ ਆ, ਚਾਹੇ ਮੈਟਰੋ ਆ, ਚਾਹੇ ਰੇਲ ਗੱਡੀ ਆ, ਉਹਨਾਂ ਨੂੰ ਹਰ ਕਿਲੋਮੀਟਰ ਤੇ ਉਹਨਾਂ ਨੂੰ ਇੱਕ ਸਾਧਨ ਮਿਲ ਜਾਣਾ ਆਉਣ ਜਾਣ ਲਈ। ਤਾਂ ਫਿਰ ਉਹ ਕਿਉਂ ਆਪਣੇ ਨਿੱਜੀ ਤੇਲ ਫੂਕੂਗਾ? ਹੁਣ ਉਹਦੇ ਵਿੱਚ ਸਮੱਸਿਆ ਕਈ ਖੜ ਜਾਂਦੀ ਆ। ਪਹਿਲਾਂ ਤਾਂ ਤੇਲ ਆਪਣਾ ਪਾਉਣਾ, ਦੂਸਰੀ ਉਹਦੀ ਸੁਰੱਖਿਆ ਆਪਣੇ ਸਿਰ ਤੇ ਰਹਿਣੀ, ਚਲਾਉਣਾ ਵੀ ਆਪਾਂ ਆ। ਤੀਸਰੀ ਉੱਥੇ ਵੱਡੀ ਪ੍ਰੋਬਲਮ ਆਉਂਦੀ ਸੀ ਪਾਰਕਿੰਗ ਦੀ। ਹੁਣ ਜਿੱਥੇ ਬੰਦਾ ਜਾਊਗਾ, ਆਪਣੇ ਵਾਂਗੂ ਤਾਂ ਹੈ ਨਹੀਂ ਵੀ ਜਿੱਥੇ ਕੀਤਾ ਦੇਖਿਆ ਗੱਡੀ ਖੜੀ ਕਰਤੀ ਚੱਲ ਮੇਰੇ ਭਾਈ, ਉੱਥੇ ਤਾਂ ਪਾਰਕਿੰਗ ਲਈ ਵੀ ਜਿੱਥੇ ਲੋਟ ਲੱਗੇ ਆ ਉੱਥੇ ਹੀ ਖੜੀ ਕਰਨੀ ਪਊਗੀ। ਜੇ ਕਿਤੇ ਹੋਰ ਕੀਤੀ ਤਾਂ ਜੁਰਮਾਨਾ ਲੱਗਣਾ। ਨਾ ਕੋਈ ਅਪੀਲ, ਨਾ ਦਲੀਲ, ਉਹ ਜੁਰਮਾਨਾ ਤੁਹਾਡੇ ਘਰ ਆ ਜਾਣੀ, ਚਿੱਟ ਪਹੁੰਚ ਜਾਣੀ ਆ ਜੀ। ਇਹੀ ਕਾਰਨ ਹੈ ਵੀ ਉੱਥੇ ਬਹੁਤੀਆਂ ਗੱਡੀਆਂ ਚਲਾਉਂਦੇ ਹੀ ਨਹੀਂ। ਜੇ ਕਿਤੇ ਚਲਾਉਂਦੇ ਵੀ ਆ ਤਾਂ ਉਹ ਵੀਕਐਂਡ ਤੇ ਕੱਢਦੇ ਆ। ਕੁਝ ਮੁਲਕਾਂ 'ਚ ਕੁਝ ਮੁਲਕਾਂ 'ਚ ਪਬਲਿਕ ਟਰਾਂਸਪੋਰਟੇਸ਼ਨ ਬਹੁਤ ਵਧੀਆ ਹੈ, ਕੁਝ ਜੇ ਪ੍ਰਾਈਵੇਟ ਵੀ ਹੈ ਤੇ ਉਹਨਾਂ ਕੋਲ ਸਿਸਟਮ ਬਣਿਆ ਵਧੀਆ ਤਰੀਕੇ ਨਾਲ ਚਲਾਉਂਦੇ ਆ। ਪਬਲਿਕ ਯੂਜ਼ ਵੀ ਜ਼ਿਆਦਾ ਆ, ਪਬਲਿਕ ਟਰਾਂਸਪੋਰਟ ਹੀ ਲੋਕ ਕਰਦੇ ਆ, ਕਿਉਂਕਿ ਉਹ ਨਾਲੇ ਤਾਂ ਰਸ਼ ਨਹੀਂ ਪੈਂਦਾ। ਵੱਡੀ ਗੱਲ ਰਸ਼ ਦਾ ਹੁੰਦਾ। ਹੁਣ ਜਿੱਦਾਂ ਦਿੱਲੀ ਦੇ ਵਿੱਚ ਆਪਾਂ ਰਸ਼ ਦੇਖਦੇ ਆ ਗੱਡੀਆਂ ਦਾ, ਕਿਉਂਕਿ ਹਰੇਕ ਦੇ ਘਰ ਦੇ ਵਿੱਚ ਮੈਨੂੰ ਲੱਗਦਾ ਵੀ ਜੇ ਮਿਨੀਮਮ ਦੇਖੀਏ ਤਾਂ 2 ਤਾਂ ਹੈਗੀਆਂ ਹੀ ਆ ਨਾ। ਜੇ 3 ਜ਼ਿਆਦਾ ਜੀ ਆ ਤਾਂ ਫਿਰ 3 ਵੀ 4 ਵੀ ਹੋ ਸਕਦੀਆਂ। ਤੇ ਉਹ ਜੇ ਉਹ ਸਾਰੀਆਂ ਹੀ ਗੱਡੀਆਂ ਕੱਢਣਗੇ ਤਾਂ ਫਿਰ ਵਿੱਚ ਫਿਰ ਫਾਇਦਾ ਕੀ ਹੋਊਗਾ? ਇਹਨਾਂ ਨੇ ਹੁਣ ਇੱਕ ਨਵੀਂ ਮੁਹਿੰਮ ਵੀ ਚਲਾਈ ਸੀਗੀ ਵੀ ਟ੍ਰੈਫਿਕ ਰੈੱਡ ਲਾਈਟ ਆ ਗਈ ਤਾਂ ਗੱਡੀ ਆਫ ਕਰ ਦਿਓ ਜੀ, ਰੈੱਡ ਲਾਈਟ ਔਨ ਤੇ ਗੱਡੀ ਆਫ।
ਇਹਦੇ ਨਾਲ ਕਿੰਨਾ ਕੁ ਫਰਕ ਪਊਗਾ ਇਹ ਸਮਝਣ ਵਾਲੀ ਗੱਲ ਆ ਵੀ ਸ਼ਾਇਦ ਉਹਨਾਂ ਦੀ ਚਲੋ ਮੁਹਿੰਮ ਇਹ ਕਾਰਗਰ ਸਾਬਤ ਹੋਵੇ, ਆਪਾਂ ਇਹ ਨਹੀਂ ਕਹਿ ਸਕਦੇ, ਪਰ ਉਹਨਾਂ ਨੇ ਬਹੁਤ ਵੱਡੀ ਪੱਧਰ ਤੇ ਇਹ ਮੁਹਿੰਮ ਚਲਾਈ ਆ ਵੀ ਜਿੱਥੇ ਤੁਹਾਨੂੰ ਰੈੱਡ ਲਾਈਟ ਆ ਗਈ ਆ ਉੱਥੇ ਗੱਡੀ ਆਫ ਕਰ ਦਿਓ, ਚਾਹੇ ਉਹ 1 ਸੈਕਿੰਡ ਜਾਂ 2 ਸੈਕਿੰਡ, ਘੱਟੋ ਘੱਟ 30-35 ਸੈਕਿੰਡ ਦਾ ਤਾਂ ਹੁੰਦਾ ਹੀ ਆ, ਉਹ ਜਿਹੜਾ ਅੱਧਾ ਕੁ ਮਿੰਟ ਦਾ ਤਾਂ ਬ੍ਰੇਕ ਲੱਗੇ ਜਾਂਦੀ ਆ, ਪਰ ਉਹਨੂੰ ਜਦੋਂ ਦੁਬਾਰਾ ਸਟਾਰਟ ਕਰਦੇ ਆ ਫਿਰ ਵੀ ਤਾਂ ਗੱਲ ਤਾਂ ਉੱਥੇ ਆ ਜਾਂਦੀ, ਧੂਏ ਦੀ ਗੱਲ ਹੀ ਆ ਜਾਂਦੀ ਆ। ਤੇ ਇਹਨਾਂ ਨੇ ਪਿੱਛੇ ਜੇ ਔਡ ਈਵਨ ਦਾ ਵੀ ਕੰਮ ਚਲਾਇਆ ਸੀਗਾ, ਕੁਛ ਦਿਨ ਔਡ ਤੇ ਕੁਛ ਈਵਨ, ਉਹਦਾ ਵੀ ਬਹੁਤਾ ਕੋਈ ਅਸਰ ਦਿਸਿਆ ਨਹੀਂ ਇਹਨਾਂ ਨੂੰ। ਯਾਨੀ ਕਿ ਕੁੱਲ ਮਿਲਾ ਕੇ ਜੇ ਅਸੀਂ ਪਬਲਿਕ ਟਰਾਂਸਪੋਰਟ ਨੂੰ ਥੋੜਾ ਜਿਹਾ ਇੰਪਰੂਵ ਕਰੀਏ, ਥੋੜਾ ਜਿਹਾ ਇਹਨਾਂ ਨੂੰ ਹੁੰਗਾਰਾ ਦਈਏ ਨਾ, ਪਬਲਿਕ ਟਰਾਂਸਪੋਰਟ ਵਧਾਈਏ, ਤੇ ਉਹਦੇ ਨਾਲ ਮੈਟਰੋ ਸ਼ਹਿਰਾਂ ਦੇ ਵਿੱਚ ਕਾਫੀ ਹੱਦ ਤੱਕ ਪ੍ਰਦੂਸ਼ਣ ਦੀ ਆਪਾਂ ਘਟਾ ਸਕਦੇ ਹਾਂ। ਜੀ ਜੀ। ਤੇ ਅਸੀਂ ਗੱਲ ਕਰਦੇ ਸੀਗੇ ਪ੍ਰਦੂਸ਼ਣ ਦੀ, ਤੇ ਉਹਦੇ ਲਈ ਤਾਂ ਕਾਨੂੰਨ ਬਣਾ ਰਹੇ ਆ, ਜਿਹੜੇ ਬਣੇ ਹੋਏ ਕਾਨੂੰਨ ਆ ਉਹਨਾਂ ਦਾ ਕੀ ਹਾਲ ਆ? ਕੋਈ 25-30 ਸਾਲ ਪੁਰਾਣਾ ਕੇਸ ਪੰਜਾਬ 'ਚ ਬੜੇ ਦਿਨਾਂ ਤੋਂ ਚੱਲ ਰਿਹਾ। ਜੀ ਬਿਲਕੁਲ। ਸਾਡੇ ਸਾਬਕਾ ਡੀਜੀਪੀ ਸਾਹਿਬ, ਤੁਸੀਂ ਕਈ ਵਾਰ ਥਾਣੇ ਸੱਦ ਲੈਂਦੇ ਆ, ਤੁਸੀਂ ਚਿੱਠੀਆਂ ਪਾਉਂਦੇ ਹੋ, ਕਈ ਵਾਰ ਆਉਂਦੇ ਆ, ਕਈ ਵਾਰ ਨਹੀਂ ਆਉਂਦੇ, ਤੇ ਪਿੱਛੇ ਜਾ ਪਿੱਛੇ ਜਾ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ, ਫਿਰ ਚਿੱਠੀ ਪਾਈ ਤੇ ਫਿਰ ਸ਼ਾਇਦ ਆਏ ਆ ਕੱਲ ਉਹ। ਮਟੌਰ ਥਾਣੇ ਦੀ ਘਟਨਾ ਸੀ, ਕੀ ਕਹਿੰਦੇ? ਬਿਲਕੁਲ, ਉਹਨਾਂ ਨੇ ਪੇਸ਼ੀ ਹੈ, ਦੂਜੀ ਤੀਜੀ ਵਾਰੀ ਪੇਸ਼ੀ ਹੋਈ ਆ ਉਹਨਾਂ ਦੀ, ਉੱਥੇ ਸੱਦੇ ਆ, ਗੱਲਬਾਤ ਸਵਾਲ ਵਗੈਰਾ ਕਰਦੇ ਆ, ਜਵਾਬ ਦਿੰਦੇ ਆ। ਉਹ ਦੇਖੋ ਜੀ 110 ਸਵਾਲ ਕੀਤੇ ਆ ਜਿਹੜੇ SIT ਨੇ ਜੀ, ਜਿਹਦੇ ਵਿੱਚ ਉਹਨਾਂ ਨੇ ਕੇਵਲ 80 ਸਵਾਲਾਂ ਦੇ ਜਵਾਬ ਦਿੱਤੇ ਆ। ਬਹੁਤ ਹੈ ਯਾਰ ਇਹ ਤੇ ਬਾਕੀ ਜਿਹੜੇ 22 ਸਵਾਲ ਉਹ ਛੱਡ ਗਏ। 80 ਸਵਾਲਾਂ ਦਾ ਜਵਾਬ ਦੇਣਾ ਵੀ ਵੱਡੀ ਗੱਲ ਆ ਤੁਹਾਡੇ ਕਹਿਣ ਮੁਤਾਬਕ। 110 ਚੋਂ 80 ਉਹਦਾ ਨੰਬਰ ਹੀ ਬਹੁਤ ਆਉਂਦੇ ਆ DGP ਸਾਹਿਬ ਦੇ। ਉਹ ਬਾਰ-ਬਾਰ ਉਹਨਾਂ ਨੂੰ ਇਹੀ ਪੁੱਛਦੇ ਰਹੇ ਕਿ ਬਲਵੰਤ ਸਿੰਘ ਮੁਲਤਾਨੀ ਦੀ ਲਾਸ਼ ਕਿੱਥੇ ਆ ਜੀ, ਤੇ ਉਹਨਾਂ ਦਾ ਇੱਕੋ ਜਵਾਬ ਸੀਗਾ ਜੀ ਮੈਨੂੰ ਨਹੀਂ ਪਤਾ। ਇਸ ਤੋਂ ਪਹਿਲਾਂ ਵੀ ਜਦੋਂ ਉਹ ਉੱਥੋਂ ਨਿਕਲੇ ਆ ਥਾਣੇ ਚੋਂ, ਤੇ ਉੱਥੇ ਬਾਹਰ ਮੀਡੀਆ ਵਾਲੇ ਖੜੇ ਸੀਗੇ, ਹਰੇਕ ਬੰਦਾ ਮੀਡੀਆ ਵਾਲਾ ਚਾਹੁੰਦਾ ਹੁੰਦਾ ਵੀ ਕੋਈ ਨਾ ਕੋਈ ਸਵਾਲ ਮੈਂ ਆਪਣੇ ਤੌਰ ਤੇ ਕਰਾਂ, ਪਰ ਜਿਹੜੇ ਬੰਦੇ ਅੰਦਰ ਸਵਾਲਾਂ ਦੇ ਜਵਾਬ ਨਹੀਂ ਦੇ ਕੇ ਆਏ ਤੁਹਾਨੂੰ ਕਿੱਦਾਂ ਦੇ ਦੇਣਗੇ? ਨਹੀਂ ਦਿੱਤਾ ਉਹਨਾਂ ਨੇ ਜਵਾਬ, ਜਵਾਬ ਨਹੀਂ ਦਿੱਤਾ ਜੀ। ਉਹਨਾਂ ਨੇ ਕਹਿੰਦਾ ਜੀ ਆਈ ਵਿਲ ਟੈਲ ਯੂ ਲੇਟਰ, ਮੈਂ ਇਹਨਾਂ ਸਵਾਲਾਂ ਦੇ ਜਵਾਬ ਕਹਿੰਦਾ ਫੇਰ ਸਮਾਂ ਆਉਣ ਤੇ ਦਊਂਗਾ, ਪਰ ਹੁਣ ਸਮਾਂ ਪਤਾ ਨਹੀਂ ਕਦੋਂ ਆਉਣਾ। ਪਰ ਖੈਰ ਜਦੋਂ ਮੀਡੀਆ ਵਾਲੇ ਦੀ ਥੋੜੀ ਜਿਹੀ ਕਲੋਸਟੀ ਹੁੰਦੀ ਆ ਵੀ ਸ਼ਾਇਦ ਜੇ ਅੰਦਰ ਕੁਝ ਨਹੀਂ ਬੋਲ ਕੇ ਆਏ ਤਾਂ ਸਾਨੂੰ ਵੀ ਬੋਲ ਦੇਣਗੇ, ਪਰ ਜਿਹੜਾ ਬੰਦਾ ਅੰਦਰ SIT ਦੇ ਮੂਹਰੇ ਕੋਈ ਜਵਾਬ ਨਹੀਂ ਦੇ ਸਕਿਆ ਤੇ ਉਹ ਤੁਹਾਡੇ ਜਵਾਬ ਕੀ ਦਊਗਾ? ਸੋ ਇਹ ਸਿਲਸਿਲਾ ਚੱਲਦਾ ਰਹੂਗਾ। ਮੇਰੇ ਖਿਆਲ ਆ ਸ਼ਾਇਦ ਇੱਕ ਵਾਰ ਫੇਰ ਉਹਨੂੰ ਬੁਲਾਉਣਗੇ, ਪਰ ਕਿੰਨੀ ਵਾਰੀ ਬੁਲਾਉਣਗੇ ਇਹ ਤਾਂ ਹੁਣ SIT ਦੱਸ ਸਕਦੀ ਆ ਵੀ ਉਹ ਵਿੱਚੋਂ ਲੱਭਣਾ ਕੀ ਚਾਹੁੰਦੀ ਆ, ਜਦ ਤੱਕ ਕਿ ਅਦਾਲਤ ਨੇ ਪੂਰੀ ਤਰ੍ਹਾਂ ਨਾਲ ਇਹਨਾਂ ਕੋਲ ਸਾਰਾ ਸਾਫ਼ ਕਰਤਾ ਆ। ਅਦਾਲਤੀ ਜਿਹੜੇ ਉਹ ਵਾਅਦਾ ਮੁਆਫ ਗਵਾਹ ਵੀ ਬਣੇ ਹੋਏ ਆ, ਫਿਰ ਵੀ ਚਲੋ SIT ਆਪਣੀ ਜਿਹੜੀ ਉਹ ਕਾਰਵਾਈ ਪੂਰੀ ਕਰ ਰਹੀ ਆ। ਜਿੰਨਾ ਚਿਰ ਨਹੀਂ ਉਹਨਾਂ ਨੂੰ ਸਵਾਲਾਂ ਦੇ ਜਵਾਬ ਮਿਲਦੇ, ਜਿੰਨਾ ਚਿਰ ਉਹਨਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਆ, ਸੁਮੇਧ ਸੈਣੀ ਹੁਣਾਂ ਦਾ ਥਾਣੇ ਵਿੱਚ ਆਉਣਾ ਜਾਣਾ ਚੱਲਦਾ ਰਹੇਗਾ। ਇਹ ਲੁਕਣ ਮੀਚੀ ਵਾਲੀ ਖੇਲ ਜਿਹੜੀ ਜਾਰੀ ਆ, ਉਹ ਕਾਫੀ ਚਿਰ ਪਹਿਲਾਂ ਵੀ ਚੱਲੀ ਆ। ਹੋ ਸਕਦਾ ਜਦੋਂ ਫੇਰ ਕਿਤੇ ਗੱਲ ਇਹ ਕਿਤੇ ਅੜ ਗਈ ਜਾ ਕੇ, ਹੋ ਸਕਦਾ ਫੇਰ ਸ਼ੁਰੂ ਹੋ ਜਾਵੇ ਇਹ ਜੀ ਗੱਲ। ਜੀ ਜੀ। ਤੇ ਕਰੋਨਾ ਦੀ ਜਾਣਕਾਰੀ ਅੱਜ ਦੀ ਕੀ ਹੈ ਜੀ? ਕਰੋਨਾ ਦੇਖੋ ਜੀ ਬਹੁਤ ਰਾਹਤ ਵਾਲੀ ਗੱਲ ਆ ਵੀ ਅੱਜ ਜਿਹੜਾ ਸਭ ਤੋਂ ਘੱਟ 24 ਘੰਟਿਆਂ ਦੇ ਵਿੱਚ ਕੇਵਲ 36,000 ਕੁਛ ਕੇਸ ਆਏ ਆ ਜੀ, ਜਿਹੜੇ ਕਿ ਬਹੁਤ ਵੱਡੀ ਰਾਹਤ ਵਾਲੀ ਗੱਲ ਆ। ਔਰ 488 ਕੁ ਮੌਤਾਂ ਆ 24 ਘੰਟੇ 'ਚ। ਕਿੱਥੇ ਆਪਾਂ 1200-1300 ਤੋਂ ਮੁੜ ਕੇ ਆਏ ਆ। ਤੇ ਇਹ ਇੱਕ ਕਿਸਮ ਨਾਲ ਸ਼ੁਰੂਆਤ ਵਿੱਚ ਜਦੋਂ ਆਇਆ ਸੀ ਨਾ ਕਰੋਨਾ, ਉਦੋਂ ਇੱਕ ਆਮ ਗੱਲ ਹੋ ਗਈ ਸੀ ਸੋਸ਼ਲ ਮੀਡੀਆ ਤੇ ਵੀ ਦੇਖਿਓ ਕਰੋਨਾ ਭਜਾਉਣਾ ਤਾਂ ਭਾਰਤ ਨੇ ਹੀ ਭਜਾਉਣਾ ਆ ਜੀ। ਹੁਣ ਲੱਗਦਾ ਨਹੀਂ ਵੀ ਉਹ ਭਾਰਤ ਨੇ ਭਜਾਇਆ ਆ ਜਾਂ ਕੁਦਰਤ ਐਸੀ ਖੇਡ ਵਰਤੀ ਆ ਪੇ 'ਚ ਉਹ ਆਪੇ ਹੀ ਠੰਡਾ ਪੈ ਗਿਆ ਜਾਂ ਵਾਪਸ ਚਲੇ ਗਿਆ, ਪਰ ਫਿਰ ਵੀ ਇਹਦੇ ਲਈ ਆਪਾਂ ਲਾਪਰਵਾਹੀ ਤਾਂ ਕਿਤੇ ਵੀ ਵਰਤ ਨਹੀਂ ਸਕਦੇ ਜੀ, ਕਿਉਂਕਿ ਇਹ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ। ਮੈਂ ਆਪਣੀ ਗੱਲ ਦੱਸਦਾ, ਚਾਹੇ 2 ਦਿਨ ਪਹਿਲਾਂ ਆਪਾਂ ਨੂੰ ਕੁਝ ਹੋ ਜਾਏ, ਇੱਕ ਫਲੂ ਟਾਈਪ ਹੀ ਆ, ਜੇ ਮਾੜਾ ਜਿਹਾ ਫਲੂ ਵੀ ਹੋ ਜਾਏ ਤਾਂ ਮਨ ਦੇ ਅੰਦਰ ਇੱਕਦਮ ਡਰ ਬੈਠ ਜਾਂਦਾ ਵੀ ਯਾਰ ਕਿਤੇ ਉਹੀ ਤਾਂ ਨਹੀਂ ਜੀ, ਵੀ ਆਪਾਂ ਫਟਾਫਟ ਜਾ ਕੇ ਉਹਦਾ ਨਾ ਚੈੱਕ ਕਰਾਈਏ, ਨਾ ਦਵਾ ਲਈਏ, ਤੇ ਉਹ ਖਤਰਨਾਕ ਵੀ ਸਾਬਤ ਹੋ ਸਕਦਾ। ਕਿਉਂਕਿ ਅੱਗੇ ਤਾਂ ਗੱਲ ਹੁੰਦੀ ਸੀ ਸਿੰਪਲ ਫਲੂ ਦੀ ਜੀ, ਜੇ ਤੋਂ ਕਹਾ ਨਮੂਨੀਆ ਹੋ ਗਿਆ ਜਾਂ ਕੋਈ ਅੱਗਾ ਬੁਖਾਰ ਦਾ ਕੰਮ ਚੱਲ ਪਿਆ, ਪਰ ਹੁਣ ਇਹਦੇ ਵਿੱਚ ਜਿਹੜੀ ਅੱਜ ਕੱਲ੍ਹ ਦੀ ਬਿਮਾਰੀ ਦੇ ਵਿੱਚ ਨਾਲ ਜੁੜਦਾ ਕਰੋਨਾ ਦੇ, ਉਹ ਨਾਲ ਡੇਂਗੂ ਵੀ ਚੱਲ ਰਿਹਾ ਜੀ, ਮਲੇਰੀਆ ਵੀ ਚੱਲ ਰਿਹਾ, ਡੇਂਗੂ ਦਾ ਵੀ ਇਸ ਵੇਲੇ ਬਹੁਤ ਪ੍ਰਭਾਵ ਆ, ਸੈੱਲ ਘਟਣ ਦਾ ਬਹੁਤ ਚੱਲ ਰਿਹਾ ਕੰਮ ਇਹ। ਸੋ ਜਿੰਨੀ ਵੀ ਸਾਵਧਾਨੀ ਵਰਤਣੀ ਚਾਹੀਦੀ ਆ। ਇਹ ਨਾ ਸਮਝੋ ਵੀ ਜੇ ਕੇਸ ਘਟ ਗਏ ਤਾਂ ਆਪਾਂ ਫ੍ਰੀ ਹੋ ਗਏ ਆ ਵੀ ਹੁਣ ਕੋਈ ਗੱਲੇ ਨਹੀਂ ਹੈਗੀ, ਪਰ ਉਹਦੇ ਨਾਲ ਜੇ ਦੇਖਿਆ ਜਾਵੇ ਤਾਂ ਜਿਹੜੀ ਪ੍ਰਦੂਸ਼ਣ ਦੀ ਆਪਾਂ ਗੱਲ ਚੱਲੀ ਆ, ਪ੍ਰਦੂਸ਼ਣ ਜੇ ਪੰਜਾਬ ਦੇ ਵਿੱਚ ਘਟਿਆ, ਦਿੱਲੀ 'ਚ ਵਧਿਆ, ਤਾਂ ਦਿੱਲੀ ਦੇ ਵਿੱਚ ਇਸ ਪ੍ਰਦੂਸ਼ਣ ਦੀ ਮਾਰ ਕਰੋਨਾ ਦੇ ਨਾਲ ਵੀ ਪੈ ਸਕਦੀ ਆ, ਕਿਉਂਕਿ ਜਿਹੜਾ ਇਹ ਹਵਾ ਦਾ ਪ੍ਰਦੂਸ਼ਣ ਇਹ ਸਿੱਧਾ ਹੀ ਫੇਫੜਿਆਂ ਨੂੰ ਫੜਦਾ ਜੀ, ਆਪਣੇ ਸਰੀਰ ਨੂੰ ਜਦੋਂ ਫੜਦਾ ਹਵਾ, ਉਹਦੇ ਨਾਲ ਜਦੋਂ ਖਰਾਬ ਹੁੰਦੇ ਅੰਦਰ ਜੰਮ ਜਾਂਦਾ। ਇਹ ਤਰੀਕੇ ਨਾਲ ਕਰੋਨਾ ਵੀ ਸਿੱਧਾ ਫੇਫੜਿਆਂ ਤੇ ਹੀ ਅਟੈਕ ਕਰਦਾ ਆ। ਸੋ ਇਹਦੇ ਲਈ ਜਿੰਨਾ ਵੀ ਹੋ ਸਕਦਾ ਆ ਮਾਸਕ ਪਾ ਕੇ ਰੱਖਣਾ ਚਾਹੀਦਾ, ਸਮਾਜਿਕ ਦੂਰੀ ਬਣਾਈ ਰੱਖੀ ਜਾਵੇ, ਤੇ ਸੈਨੀਟਾਈਜ਼ਰ ਹਮੇਸ਼ਾ ਵਰਤਣ ਦੀ ਇਹ ਜ਼ਰੂਰੀ ਆ। ਇਹ ਆਪਣੇ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲੈਣਾ ਚਾਹੀਦਾ ਜੀ। ਤੇ ਕੈਨੇਡਾ ਦੀਆਂ ਜਿਹੜੀਆਂ ਚੋਣਾਂ ਸੀ BC ਦੀਆਂ, ਉੱਥੇ ਅਸੀਂ ਪਹਿਲਾਂ ਵੀ ਗੱਲ ਹੋਈ ਕਿ ਕਾਫੀ ਪੰਜਾਬੀਆਂ ਨੇ ਉੱਥੇ ਜਿੱਤ ਹਾਸਲ ਕੀਤੀ, ਤੇ ਸੁਣਨ ਚ ਆ ਰਿਹਾ ਕਿ ਕੁਝ ਪੰਜਾਬੀ ਉੱਥੇ ਮੰਤਰੀ ਵੀ ਬਣ ਗਏ ਜੀ। ਬਿਲਕੁਲ ਇਹ ਬਹੁਤ ਵੱਡੀ ਪ੍ਰਾਪਤੀ ਹੈ ਜੀ। ਵੈਸੇ ਤਾਂ ਪੰਜਾਬੀ ਜਿੱਥੇ ਵੀ ਗਏ ਆ, ਬੜਾ ਉਹਨਾਂ ਨੇ ਆਪਣਾ ਨਾਂ ਰੌਸ਼ਨ ਕੀਤਾ ਆ, ਆਪਣਾ ਵੀ, ਪੰਜਾਬ ਦਾ ਵੀ ਤੇ ਦੇਸ਼ ਦਾ ਵੀ ਨਾਂ ਰੌਸ਼ਨ ਕੀਤਾ। ਉੱਥੇ 8 ਪੰਜਾਬੀ
ਜਿਹੜੀਆਂ ਬੀਤੇ ਦਿਨ ਰਿਜ਼ਲਟ ਆਏ ਆ ਉਹਦੇ ਵਿੱਚ ਉਹ ਵਿਧਾਇਕ ਬਣੇ ਆ, ਜਿਨ੍ਹਾਂ ਵਿੱਚ ਇੱਕ ਦਸਤਾਰਧਾਰੀ ਵਿਧਾਇਕ ਆ ਅਮਨ ਸਿੰਘ, ਜਿਹੜਾ ਕਿ ਆਪਣੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲਾ ਆ। ਉਹ ਪਹਿਲਾ ਦਸਤਾਰਧਾਰੀ ਹੋਊਗਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਵਿੱਚ ਵਿਧਾਇਕ ਬਣ ਕੇ ਗਿਆ। ਹੁਣ ਉਹਦੇ ਵਿੱਚ ਔਰਤਾਂ ਵੀ ਆ, ਜਿਨ੍ਹਾਂ ਵਿੱਚ ਪੱਬਮਾ ਪਿੰਡ ਪੈਂਦਾ ਜੀ ਨੂਰ ਮਹਿਲ ਦੇ ਨਾਲ, ਉੱਥੋਂ ਦੇ ਵੀ ਬੰਦੇ ਹੈਗੇ ਆ। ਕੁਛ ਹਰਦਾਸਪੁਰ ਪੈਂਦਾ ਜੀ, ਫਗਵਾੜੇ ਦੇ ਨਾਲ ਪਿੰਡ ਆ ਹਰਦਾਸਪੁਰ, ਉੱਥੋਂ ਦੇ ਆ। ਬੈਂਸ ਹੋਣੀ ਉਹ ਵੀ ਉੱਥੇ ਲਗਾਤਾਰ ਜਿੱਤਦੇ ਆਏ ਆ, ਡਿਪਟੀ ਸਪੀਕਰ ਸੀ ਪਹਿਲਾਂ। ਤੇ ਉੱਥੇ ਹੁਣ NDP ਦੀ ਸਰਕਾਰ ਬਣ ਰਹੀ ਆ। 87 ਸੀਟਾਂ ਦੇ ਵਿੱਚ ਉਹਨਾਂ ਨੇ 52-57 ਸ਼ਾਇਦ ਇੰਨੀਆਂ ਕੁ ਉਹਨਾਂ ਨੇ ਲਈਆਂ, ਜਿਹਦੇ 'ਚ ਬਹੁਮਤ ਹਾਸਲ ਹੋ ਗਿਆ। ਆਉਂਦੇ 1-2 ਦਿਨਾਂ ਦੇ ਵਿੱਚ ਜਾਂ ਕੁਝ ਦਿਨਾਂ ਤੋਂ ਬਾਅਦ ਉਹਨਾਂ ਨੇ ਸਹੁੰ ਚੁੱਕਣੀ ਆ। ਤੇ ਉਹ ਪਤਾ ਇਹ ਲੱਗਾ ਉਹਦੇ ਵਿੱਚ ਵੀ 3 ਜਿਹੜੇ ਆ ਉਹ ਪੰਜਾਬੀ ਮੰਤਰੀ ਬਣ ਰਹੇ ਆ। ਇਹ ਵੀ ਵੱਡੀ ਗੱਲ ਹੈ ਆਪਣੇ ਆਪ 'ਚ। ਵੈਸੇ ਤਾਂ ਸਾਰੀ ਸੰਸਦ ਦੇ ਵਿੱਚ ਦੇਖਿਆ ਜਾਵੇ ਕੈਨੇਡਾ ਦੇ ਵਿੱਚ, ਤੇ ਉੱਥੇ ਸਾਰੀ ਸੰਸਦ ਦੇ ਵਿੱਚ ਹੀ ਸਿੱਖਾਂ ਦਾ ਬੋਲਬਾਲਾ ਆ। ਦਸਤਾਰਧਾਰੀ ਆਪਣੇ ਜਿਹੜੇ ਬੰਦੇ ਆ, ਆਪਣੀ ਸ਼ਖਸੀਅਤਾਂ ਆ, ਉਹਨਾਂ ਦਾ ਬੋਲਬਾਲਾ ਆ ਰੱਖਿਆ ਮੰਤਰੀ ਆਪਣਾ ਆ। ਹੋਰ ਜਿੰਨੇ ਹੋਰ ਵੀ ਬੈਂਸ, ਦੂਜੇ ਬੈਂਸ ਇੱਕ ਹੋਰ ਹੈਗੇ ਆ ਬੈਂਸ ਹੋਣੀ, ਉਹਨਾਂ ਦਾ ਵੀ ਮਤਲਬ ਸਾਰੀ ਜੇ ਕੁੱਲ ਜਿਹੜੀ ਸੰਸਦ ਦੇਖੀ ਹੈ, ਪਾਰਲੀਮੈਂਟ ਵਿੱਚ ਵੀ ਪੰਜਾਬੀਆਂ ਦਾ ਬੋਲਬਾਲਾ ਆ। ਇੱਕ ਸਟੇਟ ਦੇ ਵਿੱਚ ਵੀ ਇੱਕ ਪੰਜਾਬੀਆਂ ਦਾ ਬੋਲਬਾਲਾ ਹੋ ਗਿਆ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਜੀ। ਸ਼ੇਰਗਿੱਲ ਸਾਹਿਬ, ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਪਹਿਲਾਂ ਤੋਂ ਵੀ ਉੱਥੇ ਅਲੱਗ-ਅਲੱਗ ਸਟੇਟਾਂ 'ਚ ਅਲੱਗ-ਅਲੱਗ ਚੋਣਾਂ ਦੇ ਵਿੱਚ ਵਧੀਆ ਕਾਰਜਕਾਰੀ ਰਹਿੰਦੀ ਆ, ਤੇ ਉੱਥੇ ਇਹਨਾਂ ਨੇ ਬਹੁਤ ਮਿਹਨਤ ਨਾਲ ਆਪਣਾ ਜਿਹੜਾ ਰਸੂਖ ਆ ਉਹ ਬਣਾਇਆ, ਵਕਾਰ ਵੀ ਬਣਾਇਆ ਤੇ ਮਿਹਨਤ ਵੀ ਕੀਤੀ ਆ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ 'ਚ ਪੰਜਾਬੀਆਂ ਨੇ ਵੀ ਬਹੁਤ ਮਿਹਨਤ ਕੀਤੀ ਹੈ, ਤੇ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਹਰ ਜਗ੍ਹਾ ਤੇ ਇਹਨਾਂ ਨੇ ਆਪਣਾ ਜਿਹੜਾ ਮਕਾਮ ਬਣਾਇਆ। ਬੇਸ਼ੱਕ ਸਰਕਾਰਾਂ ਅੱਜ ਕੱਲ੍ਹ ਦੀ ਜਿਹੜੀ ਸੈਂਟਰ ਸਰਕਾਰ ਹੈ ਉਹ ਸਾਡੀ ਗੱਲ ਨਹੀਂ ਸੁਣ ਰਹੀ, ਪਰ ਗੱਲ ਮੈਂ ਦੇਖਿਆ ਕਿ ਸੈਂਟਰ ਸਰਕਾਰ ਜੰਮੂ ਕਸ਼ਮੀਰ ਦੇ ਵਿੱਚ ਵੀ ਨਹੀਂ ਸੁਣ ਰਹੀ। ਤੇ ਉੱਥੇ ਵੀ ਬੀਬੀ ਮੁਫਤੀ ਨੇ ਕੱਲ ਕੋਈ ਇੱਕ ਨਵਾਂ ਬਿਆਨ ਦਿੱਤਾ, ਉੱਥੇ ਕੀ ਕਹਾਣੀ? ਜੀ ਉਹ ਪਹਿਲਾਂ ਤਾਂ ਉਹਨਾਂ ਨੇ ਜਦੋਂ ਇੱਕ ਅਲਾਇੰਸ ਬਣਾਇਆ ਤਾਂ ਕਹਿੰਦੇ ਸੀ ਨਾ ਵੀ 370 ਬਹਾਲੀ ਕਰਾਂਗੇ ਅਸੀਂ, ਜਿਹੜਾ ਸੈਂਟਰ ਨੇ ਰੱਦ ਕਰਤਾ ਸੀ ਪਿਛਲੇ ਸਾਲ। ਹੁਣ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਜਿੰਨਾ ਚਿਰ ਜੰਮੂ ਕਸ਼ਮੀਰ ਦਾ ਝੰਡਾ, ਕਿਉਂਕਿ ਉੱਥੇ 2 ਝੰਡੇ ਹੁੰਦੇ ਸੀ, ਜੰਮੂ ਕਸ਼ਮੀਰ ਵਾਲਾ ਵੱਖਰਾ ਸੀ, ਤਿਰੰਗਾ ਵੱਖਰਾ ਸੀ ਜੀ ਬਿਲਕੁਲ। ਹੁਣ ਜਦੋਂ 370 ਖਤਮ ਹੋ ਗਈ ਤੇ ਉਹ ਜੰਮੂ ਕਸ਼ਮੀਰ ਵਾਲਾ ਝੰਡਾ ਚਲੇ ਗਿਆ, ਇਕੱਲਾ ਤਿਰੰਗਾ ਰਹਿ ਗਿਆ। ਵੈਸੇ ਤਾਂ ਇਹ ਪਹਿਲਾਂ ਦੀ ਗਲਤ ਗੱਲ ਆ ਵੀ ਇੱਕ ਦੇਸ਼ ਹੈ ਤੇ ਇੱਕੋ ਹੀ ਝੰਡਾ ਰਹਿਣਾ ਚਾਹੀਦਾ। ਬਿਲਕੁਲ, ਇਹ 2 ਝੰਡੇ ਵਾਲੀ ਗੱਲ ਪਹਿਲਾਂ ਹੀ ਗਲਤ ਸੀਗੀ। ਤੇ ਹੁਣ ਉਹਨਾਂ ਨੇ ਫਿਰ ਕਿਹਾ ਵੀ ਜਿੰਨਾ ਚਿਰ ਜੰਮੂ ਕਸ਼ਮੀਰ ਦਾ ਝੰਡਾ ਨਹੀਂ ਮੈਂ ਫੜਦੀ, ਉਨਾ ਚਿਰ ਮੈਂ ਤਿਰੰਗਾ ਨਹੀਂ ਫੜਨਾ ਜੀ। ਉਸ ਗੱਲ ਤੋਂ ਲੈ ਕੇ ਉਹਦੇ ਜਿਹੜੇ PDP ਦੇ ਸੀਨੀਅਰ 3 ਆਗੂ ਸੀਗੇ, ਉਹਨਾਂ ਨੇ PDP ਤੋਂ ਅਸਤੀਫਾ ਦੇ ਦਿੱਤਾ। ਉਹਦੀ ਆਪਣੀ ਪਾਰਟੀ ਦੇ, ਉਹਨਾਂ ਦੀ ਆਪਣੀ ਪਾਰਟੀ ਦੇ 3 ਆਗੂ ਜਿਹੜੇ ਉਹ ਕਹਿੰਦੇ ਭਈ ਇਹ ਜਿੱਥੇ ਦੇਸ਼ ਦਾ ਸਵਾਲ ਆ ਜਾਂਦਾ, ਅਸੀਂ ਇਸ ਨਾਲ ਸਹਿਮਤ ਨਹੀਂ ਆ। ਇਹ ਜਿਹੜੀ ਗੱਲ ਹੈਗੀ ਆ, ਇਹਦੇ ਨਾਲ ਦੇਸ਼ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਆ। ਤੇ ਉਹਨਾਂ ਨੇ ਗੱਲ ਵੀ ਵੈਸੇ ਵੱਡੀ ਕਰ ਦਿੱਤੀ ਸੀਗੀ ਵੀ ਉਹਦਾ ਤਾਂ ਮੇਲ ਹੈ ਵੀ ਨਹੀਂ ਤਿਰੰਗੇ ਨਾਲ। ਤਿਰੰਗਾ ਆਪਣੇ ਆਪ 'ਚ ਇੱਕ ਦੇਸ਼ ਦਾ ਮਾਣ ਆ, ਸ਼ਾਨ ਆ। ਤੇ ਜੇ ਤੁਸੀਂ ਆਪ ਦਾ ਬਣਾਇਆ ਹੋਇਆ ਸੀਗਾ, ਉਹ ਸਰਕਾਰਾਂ ਦੀ ਪਤਾ ਨਹੀਂ ਪੁਰਾਣੀਆਂ ਸਰਕਾਰਾਂ ਦੀ ਗਲਤੀਆਂ ਕਹਿ ਲਓ, ਜਿਹੜੇ 2 ਝੰਡੇ ਚਲਾਉਣ ਡਏ ਸੀ ਉੱਥੇ, ਉਹ ਵੈਸੇ ਹੀ ਨਹੀਂ ਸੀ ਚੱਲਣਾ ਚਾਹੀਦਾ। ਜੇ ਹੁਣ ਖਤਮ ਹੋਇਆ ਤਾਂ ਉੱਥੇ ਤਿਰੰਗਾ ਹੀ ਲਹਿਰਾਇਆ ਜਾਣਾ ਚਾਹੀਦਾ, ਕਿਉਂਕਿ ਉਹ ਵੀ ਦੇਸ਼ ਦਾ ਇੱਕ ਅੰਗ ਹੈ ਔਰ ਮਜ਼ਬੂਤ ਅੰਗ ਹੈ। ਬੇਸ਼ੱਕ ਵੱਖਰੀ ਗੱਲ ਹੈ ਵੀ ਉਹਦੇ ਲਈ ਬਹੁਤ ਲੜਾਈਆਂ ਹੋ ਰਹੀਆਂ ਜਾਂ ਕੋਸ਼ਿਸ਼ਾਂ ਹੋ ਰਹੀਆਂ ਤੋੜਨ ਦੀਆਂ, ਪਰ ਉਹ ਜਿਹੜਾ ਦੇਸ਼ ਦਾ ਮਜ਼ਬੂਤ ਅੰਗ ਹੈ ਸੀਗਾ ਤਾਂ ਰਹੇਗਾ ਵੀ। ਤਾਂ ਇਹ PDP ਤੋਂ ਨਾਰਾਜ਼ ਹੋ ਗਏ ਆ। ਇਸੇ ਕਰਕੇ ਕੱਲ ਭਾਜਪਾ ਵਾਲਿਆਂ ਨੇ ਇੱਕ ਤਿਰੰਗਾ ਰੈਲੀ ਕੱਢੀ ਸੀਗੀ, ਜਿੱਥੇ ਉਹਨਾਂ ਨੇ ਸ਼੍ਰੀਨਗਰ ਦੇ ਵਿੱਚ ਲਾਲ ਚੌਂਕ ਦੇ ਵਿੱਚ ਜਿਹੜਾ PDP ਦਫ਼ਤਰ ਆ, ਜਿੱਥੇ ਇਹਨਾਂ ਨੇ ਆਪ ਦਾ ਝੰਡਾ ਜੰਮੂ ਕਸ਼ਮੀਰ ਦਾ ਲਹਿਰਾਇਆ ਹੋਇਆ ਸੀ, ਉਹਦੇ ਵਿੱਚ ਹੀ ਜਾ ਕੇ ਤਿਰੰਗਾ ਲਹਿਰਾ ਦਿੱਤਾ। ਜਿੱਥੇ ਕਾਫੀ ਕਸ਼ਮਕਸ਼ ਹੋਈ ਆ, ਪੁਲਿਸ ਵਗੈਰਾ ਆਈ ਆ, ਫੜੇ ਵੀ ਗਏ ਆ ਉੱਥੇ। ਮਤਲਬ ਕਹਿਣ ਦਾ ਵੀ ਉੱਥੇ ਜਿਹੜਾ 370 ਜੇ ਸੈਂਟਰ ਨੇ ਖਤਮ ਕਰਨ ਦਾ ਜਿਹੜਾ ਕੀਤਾ ਸੀ ਵੀ ਉਹਦੇ ਨਾਲ ਹਾਲਾਤ ਸਹੀ ਹੋਣਗੇ, ਪਰ ਜਿਸ ਤਰੀਕੇ ਨਾਲ ਹੁਣ ਫੇਰ ਸ਼ੁਰੂ ਹੋ ਰਹੇ ਆ ਉੱਥੇ ਕੰਮ ਇਹੋ ਜਿਹੇ ਜਿਹੜੇ ਸਿਆਸੀ ਪਾਰਟੀਆਂ ਕਰ ਰਹੀਆਂ, ਉਹ ਲੱਗਦਾ ਨਹੀਂ ਵੀ 370 ਹਟਾਉਣ ਦਾ ਉਹਨਾਂ ਨੂੰ ਕੁਝ ਫਾਇਦਾ ਹੋਇਆ। ਠੀਕ ਹੈ, ਉਹਨਾਂ ਨੇ ਜਿਹੜਾ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਤਾ ਸੀਗਾ, ਆਪਣੇ ਅੰਡਰ ਲੈ ਦਿੱਤਾ ਸੀ, ਗਵਰਨਰ ਰਾਜ ਲਾਤਾ, ਉੱਥੇ ਪ੍ਰਸ਼ਾਸਕ ਲਾਤਾ ਆ, ਉਹ ਠੀਕ ਹੈ ਉੱਥੇ ਤੱਕ ਗੱਲ। ਪਰ ਆਉਂਦੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਦਾ ਅਲਾਇੰਸ ਬਣਿਆ ਫਾਰੂਕ ਦਾ, ਉਮਰ ਦਾ, ਹੋਰ ਪਾਰਟੀਆਂ ਦਾ, ਉਹ ਕਿਸ ਤਰੀਕੇ ਨਾਲ ਆਪਣੀ ਰਣਨੀਤੀ ਤਿਆਰ ਕਰਦੇ ਆ ਜਾਂ 370 ਬਹਾਲੀ ਲਈ ਕੀ ਕਦਮ ਚੁੱਕਦੇ ਆ, ਇਹ ਆਉਣ ਵਾਲਾ ਸਮਾਂ ਦੱਸੂਗਾ ਜੀ। ਇਹ ਜਿਹੜੇ ਉੱਥੇ ਗੁਪਕਾਰ ਅਲਾਇੰਸ ਬਣਿਆ ਸੀ, ਉਹਨਾਂ ਨੂੰ ਚਾਹੀਦਾ ਤੇ ਇਹ ਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਸਾਹਮਣੇ ਲੈ ਕੇ ਆਉਣ, ਤੇ ਆਉਣ ਵਾਲੇ ਸਮੇਂ 'ਚ ਜਦੋਂ ਵੀ ਕਿਤੇ ਇਲੈਕਸ਼ਨ ਹੁੰਦੀਆਂ ਤੇ ਆਪਣੇ ਆਪ ਨੂੰ ਤਕੜੇ ਕਰਨ, ਨਾ ਕਿ ਝੰਡੇ ਦੀ ਜਾਂ ਡੰਡੇ ਦੀ ਲੜਾਈ 'ਚ। ਬਿਲਕੁਲ, ਇਸ ਲੜਾਈ 'ਚ ਪੈਣਾ ਨਹੀਂ ਚਾਹੀਦਾ। ਉਹਨਾਂ ਨੂੰ ਆਪਣੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ ਜੀ। ਬਿਲਕੁਲ, ਕਾਫੀ ਚਰਚਾ ਕਰ ਲਈ ਜੀ। ਹੁਣ ਇਸ ਪ੍ਰੋਗਰਾਮ ਨੂੰ ਦਿੰਦੇ ਆ ਵਿਰਾਮ, ਤੇ ਅਗਲੀ ਵਾਰ ਮਿਲਾਂਗੇ ਇਸੇ ਪ੍ਰੋਗਰਾਮ ਵਿੱਚ।